ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਟੂਲ ਕਿੱਟ ਵੀ ਇੱਕ ਟੂਲ ਬਣ ਗਿਆ ਹੈ ਆਵਾਜ਼ ਦਬਾਉਣ ਦਾ। ਕੌਂਸਟੀਟਿਊਸ਼ਨ ਦੀਆਂ ਧੱਜੀਆਂ ਉੱਡ ਰਹੀਆਂ ਨੇ। ਇਹ ਟੂਲ ਕਿੱਟ ਨੇ ਇਹੋ ਜਿਹਾ ਕੀ ਕਰ ਦਿੱਤਾ ਕਿ 21 ਸਾਲਾਂ ਦੀ ਬਾਲੜੀ ਨੂੰ ਵੀ ਤੁਸੀਂ ਜੇਲ੍ਹ 'ਚ ਸੁੱਟਦਾ ਅਤੇ ਮਗਰ ਫਿਰ ਪਟਾ ਚੜ੍ਹਾ ਲਿਆ, ਪਤਾ ਨਹੀਂ ਕਿੰਨਿਆਂ ਨੂੰ ਉਸ ਕਨਵੇਅਰ ਬੈਲਟ 'ਤੇ ਚੜ੍ਹਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣਾ। ਦੇਖੋ ਦਾਨੇਲੀਆ ਸਾਹਿਬ, ਪਹਿਲੀ ਗੱਲ ਤਾਂ ਵੀ ਇਹ ਟੂਲ ਕਿੱਟ ਚੀਜ਼ ਹੈ ਕੀ, ਥੋੜ੍ਹਾ ਜਿਹਾ ਆਪਾਂ ਨੂੰ ਇਹਦੇ ਵੱਲ ਧਿਆਨ ਦੇਣਾ ਪੈਣਾ ਵੀ ਕਿੰਨੇ ਕਿਹਦੇ 'ਚ ਕੋਈ ਪਿਸਤੌਲ ਪਏ ਹੈ, ਕੋਈ ਬੰਬ ਪਏ ਹੈ, ਕੋਈ ਹਾਈਡਰੋਜਨ ਹੈ, ਨਾਈਟ੍ਰੋਜਨ ਹੈ ਜਾਂ ਐਟਮ ਬੰਬ। ਐਟਮ ਬੰਬ ਹੈ ਤਾਂ ਇੱਕ ਸਧਾਰਨ ਜਿਹੇ ਦਸਤਾਵੇਜ਼ ਨੇ ਜਿਹੜੇ ਤੁਸੀਂ ਇੱਧਰ ਉੱਧਰ ਕਰਤੇ ਇੱਕ ਫੋਲਡਰ ਦੇ ਤੌਰ 'ਤੇ। ਪਹਿਲਾਂ ਆਪਾਂ ਲੋਕਾਂ ਨੂੰ ਚਿੱਠੀਆਂ ਪਾ ਦਿੰਦੇ ਸੀ। ਹਾਂਜੀ, ਉਹ ਡਾਕ ਮਹਿਕਮੇ ਰਾਹੀਂ ਲਿਖ ਕੇ ਪਾਉਂਦੇ, ਕੋਈ ਪੋਸਟ ਕਾਰਡ ਪਾ ਦਿੰਦਾ, ਕੋਈ ਅੰਤਰ ਦੇਸ਼ੀ ਪੱਤਰ ਪਾ ਦਿੰਦਾ, ਇੰਟਰਨੈਸ਼ਨਲ ਪਾ ਦਿੰਦਾ। ਹਾਂਜੀ, ਜਾਂ ਕੋਈ ਇੰਟਰਨੈਸ਼ਨਲ ਪਾ ਦਿੰਦਾ। ਮਤਲਬ ਇਸ ਕਿਸਮ ਦੇ ਪਾਉਂਦੇ ਹੁੰਦੇ ਸੀ। ਅਤੇ ਹੁਣ ਜਿਹੜਾ ਹੈਗਾ, ਕਿਉਂਕਿ ਟੈਕਨੀਕ ਹੈ ਜਿਹੜੀ ਉਹ ਦਿਨ ਬ ਦਿਨ ਜਿਹੜੀ ਹੈ ਐਡਵਾਂਸ ਹੁੰਦੀ ਜਾਂਦੀ ਹੈ। ਹੁਣ ਉਹਦੀ ਥਾਂ 'ਤੇ ਮੇਲ ਆ ਗਈ। ਅੱਗੇ ਸਵਾ ਮਹੀਨਾ ਲੱਗ ਜਾਂਦਾ ਚਿੱਠੀਆਂ ਆਉਣ ਨੂੰ ਦੇਸ਼ ਦੇ ਵਿੱਚ ਹੀ, ਅਤੇ ਹੁਣ ਤੁਸੀਂ ਇੱਧਰੋਂ ਕਲਿੱਕ ਕਰੋ ਅਤੇ ਨਾਲ ਦੀ ਨਾਲ ਦੂਸਰੇ ਪਾਸੇ ਚਲੀ ਜਾਂਦੀ ਹੈ। ਇਹ ਵੀ ਜਿਹੜੀ ਟੂਲ ਕਿੱਟ ਹੈ, ਟੂਲ ਕਿੱਟ ਵੀ ਜਸਟ ਲਾਈਕ ਜਿਵੇਂ ਆਪਾਂ ਕਹਿ ਸਕਦੇ ਹਾਂ ਇੱਕ ਵਟਸਐਪ ਦਾ ਗਰੁੱਪ ਹੈ। ਨਹੀਂ, ਇਹਦਾ ਕੱਲ੍ਹ ਅਸੀਂ ਐਕਸਪਲੇਨ ਕਰ ਦਿੱਤਾ ਸੀਗਾ ਢਿੱਲੋਂ ਸਾਹਿਬ ਸਾਰਾ ਇਹਦੇ ਬਾਰੇ ਸ਼ਵਿੰਦਰ ਜੀ ਨੇ। ਸੋ ਇਹ ਜਿਵੇਂ ਆਪਾਂ ਫਿਰ ਦੱਸ ਹੀ ਦਿਓ ਨਾ, ਮੈਨੂੰ ਵੀ ਪਤਾ ਲੱਗ ਜਾਵੇ। ਅੱਛਾ, ਇਹ ਟੂਲ ਕਿੱਟ ਢਿੱਲੋਂ ਸਾਹਿਬ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਦਸਤਾਵੇਜ਼ ਇਕੱਠੇ ਕਰ ਲੈਂਦੇ ਹਾਂ, ਜਿਵੇਂ ਕੈਂਪੇਨ ਬਣਾਉਣੀ ਹੁੰਦੀ ਹੈ, ਕੋਈ ਪੋਸਟਰ ਬਣਾ ਲਿਆ, ਹੋਰ ਬਣਾ ਲਿਆ, ਅੱਜ ਹੈਸ਼ਟੈਗ ਆਹ ਚੱਲਣਾ ਪੂਰਾ ਦਾ ਪੂਰਾ ਜਿਹੜਾ ਪੁਲਿੰਦਾ ਹੈਗਾ, ਠੀਕ ਹੈ ਜੀ। ਉਹ ਐਜ਼ ਦੇਸੀ ਭਾਸ਼ਾ 'ਚ ਸਮਝਾਉਣਾ ਹੋਵੇ, ਫੋਲਡਰ ਦੇ ਤੌਰ ਦੇ ਉੱਤੇ ਆਪਾਂ ਕਿਸੇ ਨੂੰ ਗੂਗਲ ਦੇ ਜ਼ਰੀਏ ਭੇਜ ਦਿੰਦੇ ਹਾਂ, ਗੂਗਲ ਡਾਕੂਮੈਂਟਸ ਦੇ ਜ਼ਰੀਏ ਭੇਜ ਦਿੰਦੇ ਹਾਂ, ਜਾਂ ਕਿਸੇ ਨੂੰ ਉਸ ਢੰਗ ਨਾਲ ਭੇਜ ਦਿੰਦੇ ਹਾਂ। ਕਹਿਣ ਤੋਂ ਭਾਵ ਵੀ ਇੱਕ ਸਟ੍ਰੈਟਜੀ ਹੁੰਦੀ ਹੈ, ਉਹੀ ਜਿਵੇਂ ਆਪਾਂ ਇੱਕ ਏਜੰਡਾ ਬਣਾਉਣੇ ਉਹਨੂੰ ਟੂਲ ਕਿੱਟ ਬਣਾ ਦਿੰਦੇ। ਗੱਲ ਉੱਥੇ ਹੀ ਆ ਗਈ, ਉਹਦਾ ਨਾਂ ਹੀ ਟੂਲ ਕਿੱਟ ਹੈ ਤਾਂ ਸਿਰਫ ਜਿਹੜਾ ਹੈਗਾ ਤੁਹਾਡਾ ਜਿਹੜਾ ਡਿਜੀਟਲ ਪਲੇਟਫਾਰਮ ਦੇ ਰਾਹੀਂ ਉਹ ਆਪਣੀ ਮੁਹਿੰਮ ਚਲਾਉਂਦੇ ਨੇ। ਸਿਰ ਇਹੀ ਦੇਖਣ ਵਾਲੀ ਚੀਜ਼ ਹੈ ਕਿ ਟੂਲ ਕਿੱਟ ਉਹਦੇ ਵਿੱਚ ਬੰਬ ਕਿਹੜੇ ਆ, ਕੁਝ ਵੀ ਨਹੀਂ ਉਹਦੇ 'ਚ ਕੀ ਬੰਬ ਰੱਖਦੇ। ਉਹ ਇੱਕ ਮੁਹਿੰਮ ਚਲਾਉਣ ਦਾ ਤੌਰ ਤਰੀਕਾ ਹੈ। ਕਿਸੇ ਜ਼ਮਾਨੇ ਦੇ ਵਿੱਚ ਆਪਾਂ ਇਕੱਠੇ ਹੋ ਕੇ ਪ੍ਰੋਟੈਸਟ ਕਰਦੇ ਹੁੰਦੇ, ਹਾਂਜੀ, ਉੱਥੇ ਆਪਾਂ ਆਦਾਨ ਪ੍ਰਦਾਨ ਕਰਦੇ ਹੁੰਦੇ, ਮੀਟਿੰਗਾਂ ਕਰਦੇ ਹੁੰਦੇ। ਹੁਣ ਮੀਟਿੰਗ ਜਿਹੜੀ ਹੈਗੀ ਹੈ ਉਹ ਡਿਜੀਟਲ ਸਿਸਟਮ ਦੇ ਰਾਹੀਂ ਹੋ ਜਾਂਦੀ। ਉਹਦੇ ਵਿੱਚ ਜਿਹਦੇ ਕੋਲੇ ਜੋ ਸੁਝਾਅ ਹੁੰਦੇ ਉਹ ਆਪੋ ਆਪਣੇ ਸੁਝਾਅ ਲਿਖ ਕੇ ਭੇਜ ਦਿੰਦਾ। ਉਹਨਾਂ ਸਾਰਿਆਂ ਨੂੰ ਇੱਕ ਥਾਂ 'ਤੇ ਇਕੱਠਾ ਕਰ ਦਿੰਦੇ। ਅੰਦੋਲਨ ਨੂੰ ਕਿਵੇਂ ਚਲਾਉਣਾ, ਕਿਵੇਂ ਅੱਗੇ ਵਧਾਉਣਾ, ਉਹ ਸਿਰਫ ਇੱਕ ਮਟੀਰੀਅਲ ਹੈ, ਇੱਕ ਦਾਅ ਪੇਚ ਹੈ। ਇੱਕ ਦਾਅ ਪੇਚ ਕਿਵੇਂ ਕੀ ਅਡੋਪਟ ਕਰਨੇ, ਉਹਦੇ 'ਤੇ ਕੁਛ ਬੰਦੇ ਬੈਠ ਕੇ ਵਿਚਾਰ ਵਟਾਂਦਰਾ ਕਰ ਲੈਂਦੇ। ਬਿਲਕੁਲ ਜੀ। ਜਦੋਂ ਤੁਸੀਂ ਵਿਚਾਰ ਵਟਾਂਦਰਾ ਕਰਦੇ ਹੋ, ਵਿਚਾਰ ਵਟਾਂਦਰਾ ਤਾਂ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਕੋਈ ਗੁਨਾਹ ਹੀ ਨਹੀਂ ਹੈ। ਗੁਨਾਹ ਨਹੀਂ ਹੈਗਾ। ਇੱਥੇ ਮੈਂ ਤੁਹਾਨੂੰ ਦੱਸਾਂ, ਪ੍ਰਿਆ ਪਿੱਲੇ ਨਾਂ ਦੀ ਇੱਕ ਬੀਬੀ ਸੀ। 2015 ਦੇ ਵਿੱਚ ਉਹ ਜਹਾਜ਼ 'ਤੇ ਬੈਠੀ ਸੀ ਜੀ, ਔਰ ਉਹਨੂੰ ਲਾ ਲਿਆ। ਕਹਿੰਦੇ ਜੀ ਨੀਚੇ ਆ ਜਾਓ। ਕਹਿੰਦੀ ਕੀ ਗੱਲ ਹੈ, ਤੁਹਾਡੇ ਖਿਲਾਫ ਇਤਰਾਜ਼ਯੋਗ ਸਮੱਗਰੀ ਲਿਖਣ ਦਾ ਦੋਸ਼ ਹੈ ਜੀ। ਮਾਮਲਾ ਹਾਈ ਕੋਰਟ 'ਚ ਪਹੁੰਚ ਗਿਆ। ਦਿੱਲੀ ਹਾਈ ਕੋਰਟ ਦੀ ਰੂਲਿੰਗ ਆਈ ਹੈ ਉਹਦੇ 'ਤੇ। ਅੱਛਾ ਜੀ। ਉਹਦੇ 'ਚ ਉਹ ਰੂਲਿੰਗ ਕਹਿੰਦੀ ਹੈ ਕਿ ਜਦੋਂ ਇਸ ਲੜਕੀ ਨੇ ਜੋ ਕੁਛ ਕੀਤਾ, ਜੋ ਇਹਨੇ ਮਟੀਰੀਅਲ ਲਿਖਿਆ, ਉਸ ਮਟੀਰੀਅਲ ਦੇ ਆਧਾਰ 'ਤੇ ਜੀ ਉਹਨੂੰ ਬੇਸ ਬਣਾ ਕੇ, ਉਹਨੂੰ ਇੱਕ ਹਥਿਆਰ ਬਣਾ ਕੇ, ਕੀ ਕਿਸੇ ਨੇ ਵਾਇਲੈਂਸ ਕੀਤੀ ਹੈ? ਜਵਾਬ ਸੀ ਨਹੀਂ ਕੀਤੀ ਜੀ। ਕਹਿੰਦੇ ਤਾਂ ਕੋਈ ਵਾਇਲੈਂਸ ਹੀ ਨਹੀਂ ਹੋਈ ਜਦੋਂ ਕੋਈ ਕਿਸੇ ਕਿਸਮ ਦੀ ਹਿੰਸਾ ਦੀ ਘਟਨਾ ਹੀ ਨਹੀਂ ਵਾਪਰੀ, ਕਿਸੇ ਨੂੰ ਕੋਈ ਜਾਨੀ ਮਾਲੀ ਨੁਕਸਾਨ ਹੀ ਨਹੀਂ ਹੋਇਆ, ਤਾਂ ਫਿਰ ਇਹ ਸਾਜ਼ਿਸ਼ ਕਿਵੇਂ ਬਣ ਗਈ ਜੀ? ਪਹਿਲਾਂ ਤਾਂ ਕੋਈ ਵਾਰਦਾਤ ਹੋਊਗੀ ਜੀ। ਜੇ ਵਾਰਦਾਤ ਹੁੰਦੀ ਹੈ ਤੇ ਵਾਰਦਾਤ ਦੇ ਵਿੱਚ ਸ਼ਾਮਲ ਲੋਕ ਹੈ ਜਿਹੜੇ ਸਾਜ਼ਿਸ਼ਕਾਰ ਹੈ, ਫਿਰ ਹੀ ਹੋਣਗੇ ਨਾ। ਕਿ ਉਹ ਕੇਸ ਜਿਹੜਾ ਹੈਗਾ ਉੱਥੋਂ ਦਿੱਲੀ ਪੁਲਿਸ ਦਾ ਕੇਸ ਜਿਹੜਾ ਡਿੱਗ ਪਿਆ ਸੀ ਜੀ, ਉਹ ਖਤਮ ਹੋ ਗਿਆ ਸੀ। ਹੋਰ ਵੀ ਕਈ ਸਾਰੇ ਜਿਹੜੇ ਹੈਗੇ ਹੈ ਉਹ ਕੇਸ ਸੁਪਰੀਮ ਕੋਰਟਾਂ ਦੇ ਵਿੱਚ ਗਏ ਹੋਏ ਹੈ ਜੀ। ਵੈਸੇ ਵੀ ਜੇ ਆਪਾਂ ਦੇਖੀਏ, ਸੁਪਰੀਮ ਕੋਰਟ ਦੇ ਇੱਕ ਤੋਂ ਵੱਧ ਫੈਸਲੇ ਉਹ ਹੈ ਜਿਹੜੇ ਇਹ ਗੱਲ ਕਹਿੰਦੇ ਹੈ ਜੀ ਕਿ ਹਰ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਹੈ, ਹਰ ਇੱਕ ਬੰਦੇ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜੀ, ਹਰ ਇੱਕ ਬੰਦੇ ਨੂੰ ਲਿਖਣ ਦੀ ਆਜ਼ਾਦੀ ਹੈ। ਤਾਂ ਫਿਰ ਇਹਦੇ ਵਿੱਚ ਕਿੱਥੇ ਆ ਗਿਆ ਕਿ ਇਹਨੇ ਕੋਈ ਉਲੰਘਣਾ ਕੀਤੀ ਹੈ ਜੀ? ਜੇ ਅਸੀਂ ਦੇਖਦੇ ਹਾਂ ਇਹਨੂੰ, ਕੁੜੀ ਨੂੰ ਦਿਸ਼ਾ ਰਵੀ ਨੂੰ 22 ਸਾਲਾਂ ਦੀ ਕੁੜੀ ਹੈ ਜੀ। ਉਹਨੂੰ ਦਿੱਲੀ ਪੁਲਿਸ ਪਾਰਟੀ ਜਾਂਦੀ ਹੈ, ਬੰਗਲੌਰ ਤੋਂ ਉਹਨੂੰ ਗ੍ਰਿਫਤਾਰ ਕਰਦੀ ਹੈ ਜੀ।
ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲੀ ਉਲੰਘਣਾ ਇਹ ਹੁੰਦੀ ਹੈ ਕਿ ਉਹਨੂੰ ਉੱਥੋਂ ਦੇ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਹੀ ਨਹੀਂ ਕੀਤਾ ਜਾਂਦਾ। ਦੱਸੋ, ਕਿਡਨੈਪਿੰਗ ਹੀ ਹੈ ਤਾਂ ਸਿੱਧੀ। ਪੇਸ਼ ਕਰਨਾ ਜ਼ਰੂਰੀ ਹੈ। ਜਿਹੜੀ ਫੌਜਦਾਰੀ ਅਪਰਾਧ ਉਹਦੇ ਮੁਤਾਬਕ ਹੈ, ਜਦੋਂ ਕਿਸੇ ਬੰਦੇ ਦੀ ਗ੍ਰਿਫਤਾਰੀ ਹੁੰਦੀ ਹੈ ਉਹਨੂੰ ਜੇ ਤੁਸੀਂ ਕਿਸੇ ਹੋਰ ਥਾਂ ਤੇ ਲੈ ਕੇ ਜਾਣਾ, ਅਗਲੀ ਮੰਜ਼ਿਲ ਤੇ ਲੈ ਕੇ ਜਾਣਾ, ਤਾਂ ਇਲਾਕਾ ਮੈਜਿਸਟ੍ਰੇਟ ਤੋਂ ਉਹਦਾ ਟ੍ਰਾਂਜ਼ਿਟ ਰਿਮਾਂਡ, ਜਿਹਨੂੰ ਅਸੀਂ ਰਾਹਦਾਰੀ ਰਿਮਾਂਡ ਕਹਿੰਦੇ ਆ, ਉਹ ਲੈਣਾ ਪੈਣੇ ਜੀ। ਰਾਹਦਾਰੀ ਰਿਮਾਂਡ ਲੈ ਕੇ ਫਿਰ ਤੁਸੀਂ ਆਓਗੇ ਸੰਬੰਧਿਤ ਅਦਾਲਤ ਕੋਲੇ। ਸੰਬੰਧਿਤ ਅਦਾਲਤ ਕੋਲੋਂ ਆ ਕੇ ਫਿਰ ਤੁਸੀਂ ਉਹਦਾ ਰਿਮਾਂਡ ਵਗੈਰਾ ਪੁੱਛਗਿੱਛ ਕਰੋਗੇ ਜੀ। ਪਰ ਇਹਦੇ 'ਚ ਹੋਇਆ ਕੀ ਹੈ? ਇਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ, ਸਿੱਧਾ ਜਹਾਜ਼ ਤੇ ਬਿਠਾਇਆ ਤੇ ਦਿੱਲੀ ਲੈ ਆਂਦੇ। ਦਿੱਲੀ ਲਿਆ ਕੇ ਵੀ ਜਿਹੜਾ ਕੁਛ ਹੋਇਆ ਜੀ, ਉਹ ਵੀ ਕਾਫੀ ਜਿਹੜਾ ਹੈਗਾ ਡਰਾਉਣਾ ਹੈ। ਅੱਛਾ, ਉਹ ਡਰਾਉਣਾ ਹੈ। ਅੱਜ ਕੱਲ੍ਹ ਤਾਂ ਵੈਸੇ ਢਿੱਲੋਂ ਸਾਹਿਬ ਕਹਿਣਾ ਨਹੀਂ ਚਾਹੀਦਾ, ਕੋਈ ਬਾਲੜੀ ਪੁਲਿਸ ਦੇ ਹੱਥ ਆ ਜੇ ਨਾ, ਕਹਿ ਨਹੀਂ। ਤੁਸੀਂ ਦੇਖੋ ਨਾ ਕੀ ਹੈ ਕਿ ਗ੍ਰੇਟਾ ਹੈ। ਗ੍ਰੇਟਾ ਵਾਤਾਵਰਨ ਕਾਰਕੁਨ ਹੈ ਜੀ। ਉਹ ਸਵੀਡਨ ਦੀ ਰਹਿਣ ਵਾਲੀ ਹੈ। ਸਵੀਡਨ ਦੇ ਲੋਕ ਉਹ ਤੇ ਮਾਣ ਕਰਦੇ ਆ, ਫਖਰ ਕਰਦੇ ਆ ਜੀ। ਉਹਦੇ ਮਗਰ ਤਾੜੀਆਂ ਵਜਾਉਂਦੇ ਆ ਔਰ ਉਹਨੂੰ ਬਹੁਤ ਵੱਡੇ ਵੱਡੇ ਅਵਾਰਡ ਮਿਲਦੇ ਆ ਜੀ। ਅਵਾਰਡ ਮਿਲਣ ਤੋਂ ਬਾਅਦ ਉੱਥੋਂ ਦੇ ਲੋਕ ਇਹ ਮਾਣ ਕਰਦੇ ਆ ਕਿ ਸਾਡੇ ਦੇਸ਼ ਦੀ ਧੀ ਹੈ ਜੀ। ਇਹ ਵੀ ਸਾਡੀ ਗ੍ਰੇਟਾ ਹੈ। ਇਨਵਾਇਰਮੈਂਟਲਿਸਟ ਹੈ। ਇਹਨੇ ਫਰਾਈਡੇ ਫਿਊਚਰ ਨਾਂ ਦੀ ਮੇਰੇ ਖਿਆਲ ਕੋਈ ਆਰਗੇਨਾਈਜੇਸ਼ਨ ਹੈ ਜਿਹਦੀ ਵਾਸਤੇ ਫਿਊਚਰ ਫਾਰ ਫਰਾਈਡੇ, ਪਤਾ ਨਹੀਂ ਫਰਾਈਡੇ ਫਾਰ ਫਿਊਚਰ ਕੁਛ ਇਹੋ ਜਿਹਾ, ਉਹਦੇ ਵਾਸਤੇ ਇਹ ਕੰਮ ਕਰਦੀ ਹੈ ਜੀ। 20-22 ਸਾਲਾਂ ਦੀ ਕੁੜੀ ਹੈ ਤੇ ਜਿਹੜਾ ਹੈਗਾ ਸਾਡੇ ਵਾਸਤੇ ਵਾਤਾਵਰਨ ਬਚਾਉਣਾ ਕਿੰਨਾ ਜ਼ਰੂਰੀ ਹੈ ਜੀ। ਇਹਦੀ ਸਭ ਤੋਂ ਵੱਡੀ ਮਿਸਾਲ ਤੁਸੀਂ ਆਹ ਦੇਖੋ, ਜੋ ਕੁਛ ਹੁਣ ਉੱਤਰਾਖੰਡ 'ਚ ਹੋਇਆ, ਚਮੋਲੀ 'ਚ ਜੋ ਹੋਇਆ। ਕਹਿੰਦੇ ਆ ਵੀ ਬਹੁਤ ਸਾਲ ਪਹਿਲਾਂ ਜਦੋਂ ਚਾਈਨਾ ਦੇ ਨਾਲ ਸਾਡਾ ਕਲੈਸ਼ ਹੋਇਆ ਜੀ, ਸਾਡੀ ਜੰਗ ਹੋਈ ਹੈ, ਉਸ ਵੇਲੇ ਅਮਰੀਕਾ ਵਾਲਿਆਂ ਨੇ ਕੋਈ ਡਿਵਾਈਸ ਵਗੈਰਾ ਇੱਥੇ ਲਾਈ ਸੀ। ਅੱਜ ਇਹ ਖਬਰਾਂ ਆ ਰਹੀਆਂ ਕਿ ਸ਼ਾਇਦ ਜੀ ਉਹ ਡਿਵਾਈਸ ਜਿਹੜੀ ਹੈਗੀ ਆ ਉਹ ਇਸ ਹਾਦਸੇ ਦਾ ਕਾਰਨ ਬਣੀ ਹੈ। ਜਿਹੜੀ ਥੱਲਿਓਂ ਕਹਿੰਦੇ ਉਹ ਸਾਰਾ ਕੁਝ ਫੁੱਟਿਆ ਨਾ ਜੀ, ਮਲਬਾ ਵਗੈਰਾ, ਉਹਦਾ ਕਾਰਨ ਇਹੋ ਹੀ ਹੈ। ਇਸੇ ਕਰਕੇ ਵਾਤਾਵਰਨ ਨੂੰ ਬਣਾਉਣਾ ਬਚਾਉਣਾ ਬਹੁਤ ਜ਼ਰੂਰੀ ਹੈ। ਇਹ ਕੁੜੀ ਉਹਦੇ ਵਾਸਤੇ ਕੰਮ ਕਰਦੀ ਆ ਰਹੀ ਹੈ। ਚਾਹੀਦੀ ਤਾਂ ਇਹਦੀ ਸ਼ਾਬਾਸ਼ ਸੀ। ਹੋਇਆ ਕਿ ਜਦੋਂ ਇਹਨੂੰ ਦਿੱਲੀ ਲੈ ਆਂਦਾ ਜੀ, ਦਿੱਲੀ ਲਿਆ ਕੇ ਪੁਲਿਸ ਨੂੰ ਭਜਾ ਰਹੀ ਹੈ। ਕਦੇ ਇਧਰਲੇ ਪਾਸੇ ਨੂੰ ਚੱਲ ਤੇ ਕਦੇ ਇਧਰਲੇ ਪਾਸੇ ਖਿੱਚ ਤੂੰ ਕਰਦੀ ਹੈ। ਪਿਛਲੇ ਪਾਸੇ ਫਿਰ ਸਾਡੇ ਜਿਹੜੇ ਹੈਗੇ ਮੀਡੀਆ ਵਾਲੇ ਉਹ ਉਹਦੇ ਮਗਰ ਜਿਹੜੇ ਹੈਗੇ ਲੈ ਕੇ ਭਜਦੇ ਆ ਕੈਮਰੇ। ਉਹਨੂੰ ਬਾਰ-ਬਾਰ ਪੁੱਛਦੇ ਤੂੰ ਰੋਂਦੀ ਕਿਉਂ ਹੈ? ਜਿਹਦੇ ਮਾਪਿਆਂ ਨੂੰ ਪਤਾ ਨਹੀਂ। ਨਿਯਮ ਇਹ ਹੈ ਕਿ ਜਦੋਂ ਕਿਸੇ ਬੰਦੇ ਦੀ ਗ੍ਰਿਫਤਾਰੀ ਹੁੰਦੀ ਹੈ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੈ। ਹਰ ਥਾਣੇ 'ਚ ਆਪਾਂ ਜਾਂਦੇ ਹਾਂ ਤਾਂ ਉੱਥੇ ਲਿਖਿਆ ਹੋਇਆ ਇੱਕ ਬੰਦੀ ਦੇ ਇਖਤਿਆਰਾਤ ਕੀ ਜੀ। ਉੱਥੇ ਹੈ ਕਿ ਉਹਨੂੰ ਜਦੋਂ ਗ੍ਰਿਫਤਾਰ ਕਰਦੇ ਇਮੀਡੀਏਟ ਉਹਦਾ ਕੋਈ ਜਿਹੜਾ ਨੀਅਰ ਐਂਡ ਡੀਅਰ ਹੈ ਜੀ, ਉਹਨੂੰ ਇਨਫੋਰਮ ਕਰਨ ਵਾਸਤੇ ਉਹਨੂੰ ਫੈਸਿਲਿਟੀ ਦੇਣੀ ਪੈਂਦੀ ਹੈ, ਟੈਲੀਫੋਨ ਕਰਵਾਉਣਾ ਪੈਂਦਾ। ਉਹਨੂੰ ਜਿਹੜੀ ਹੈਗੀ ਕੋਰਟ ਦੇ ਵਿੱਚ ਜਦੋਂ ਉਹਨੂੰ ਜਾਣਾ ਤੇ ਉਹਨੂੰ ਵਕੀਲ ਮੁਹੱਈਆ ਕਰਵਾਉਣਾ ਪੈਣੇ ਜੀ। ਜੇ ਉਹ ਆਪਣਾ ਵਕੀਲ ਆਪ ਨਹੀਂ ਕਰ ਸਕਦਾ, ਉਹਨੂੰ ਮੌਕਾ ਨਹੀਂ ਮਿਲਦਾ। ਪਹਿਲੀ ਗੱਲ ਤਾਂ ਜਦੋਂ ਉਹਨੂੰ ਪੇਸ਼ ਕੀਤਾ ਹੈ ਜੀ ਜੀ, ਉਹਨੂੰ ਪੇਸ਼ ਕਰਨ ਵੇਲੇ ਘੱਟੋ ਘੱਟ ਇੰਨਾ ਕੁ ਮੌਕਾ ਤਾਂ ਦੇਣਾ ਚਾਹੀਦਾ ਸੀ ਨਾ ਵੀ ਉਹ ਆਪਣਾ ਵਕੀਲ ਪੇਸ਼ ਕਰ ਲੈਂਦੀ। ਉਹ ਆਪਣਾ ਵਕੀਲ ਅੰਗੇਜ ਨਹੀਂ ਕਰ ਸਕੀ ਜੀ। ਉਹਨੂੰ ਕੋਰਟ ਜਾ ਕੇ ਪੇਸ਼ ਕੀਤਾ। ਜੱਜ ਸਾਹਿਬ ਨੇ ਕੀ ਕੀਤਾ? ਜੱਜ ਸਾਹਿਬ ਨੇ ਵੀ ਨਹੀਂ ਇਹ ਦੇਖਿਆ ਕਿ 20-22 ਸਾਲ ਦੀ ਵਾਲੜੀ ਹੈ ਜੀ, ਸਟੂਡੈਂਟ ਹੈ, ਐਕਟਿਵਿਸਟ ਹੈ, ਇਹਨੂੰ ਇੰਨਾ ਕੁ ਸਮਾਂ ਤਾਂ ਦੇ ਦਈਏ ਕਿ ਆਪਣਾ ਵਕੀਲ ਅੰਗੇਜ ਕਰ ਲੈ। ਪੁਲਿਸ ਨੇ ਰਿਮਾਂਡ ਮੰਗਿਆ ਤੇ ਰਿਮਾਂਡ ਦਿੱਤਾ। ਵੈਸੇ ਜੇ ਆਪਾਂ ਦੇਖੀਏ ਤਾਂ ਥਾਂ ਥਾਂ ਦੇ ਉੱਤੇ ਇਹ ਲਿਖਿਆ ਹੋਇਆ ਕਚਹਿਰੀਆਂ ਦੇ ਵਿੱਚ ਜੀ ਕਿ ਜੇ ਕਿਸੇ ਬੰਦੇ ਨੂੰ ਵਕੀਲ ਕਰਨ ਦਾ ਮੌਕਾ ਨਹੀਂ ਮਿਲਣਾ, ਉਹਦੇ ਕੋਲ ਹਿੰਮਤ ਨਹੀਂ, ਉਹਦੇ ਕੋਲ ਪੈਸਾ ਨਹੀਂ, ਤਾਂ ਉਹਨੂੰ ਜਿਹੜਾ ਹੈਗਾ ਸਟੇਟ ਵਕੀਲ ਮੁਹੱਈਆ ਕਰਵਾਊਗੀ ਜੀ। ਕਸਾਬ ਨਾਂ ਦਾ ਇੱਕ ਦਹਿਸ਼ਤਗਰਦ ਆਇਆ, ਉਹਨੂੰ ਵੀ ਮੁਹੱਈਆ ਕਰਾਇਆ ਗਿਆ। ਉਹਨੂੰ ਵਕੀਲ ਕੀ ਅਸੀਂ ਉਹਦੇ ਮਾਪਿਆਂ ਨੇ ਤਾਂ ਨਹੀਂ ਵਕੀਲ ਕੀਤਾ ਕਿ ਪਾਕਿਸਤਾਨ ਨੇ ਤਾਂ ਡਿਸਾਊਨ ਕਰਤਾ ਸੀ ਵੀ ਸਾਡਾ ਬੰਦਾ ਹੀ ਹੈ ਨਹੀਂ ਜੀ। ਉਹਨਾਂ ਨੇ ਤਾਂ ਉਹਦੀ ਡੈਡ ਬੋਡੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਕਲੇਮ ਹੀ ਨਹੀਂ ਕੀਤੀ ਸੀ ਕਿ ਡੈਡ ਬੋਡੀ ਦਿਓ ਜੀ। ਔਰ ਉਹਦੀ ਖਾਤਰ ਵੀ ਜੇ ਅਸੀਂ ਇੱਕ ਆਪਣਾ ਵਕੀਲ ਕਰ ਸਕਦੇ ਹਾਂ, ਸਾਡੀ ਸਟੇਟ ਉਹਨੂੰ ਵਕੀਲ ਮੁਹੱਈਆ ਕਰਵਾ ਸਕਦੇ, ਤੇ ਇਸ ਕੁੜੀ ਨੂੰ ਐਕਟਿਵਿਸਟ ਨੂੰ ਕਿਉਂ ਨਹੀਂ ਕਰਵਾਇਆ ਜੀ? ਬਹੁਤ ਵੱਡਾ ਸਵਾਲ ਹੈ। ਸਵਾਲ ਇਹ ਕਿ ਇੱਕ ਕਿਸਮ ਦਾ ਡਰ ਪੈਦਾ ਕੀਤਾ ਜਾ ਰਿਹਾ ਜੀ। ਅਸਲ ਦੇ ਵਿੱਚ ਜਿਹੜਾ ਡਰ ਪੈਦਾ ਕੀਤਾ ਜਾ ਰਿਹਾ, ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ ਕਿ ਕੋਈ ਕੁਸਕੇ ਨਾ, ਕੋਈ ਬੋਲੇ ਨਾ। ਮੈਂ ਵੇਖ ਰਿਹਾ ਸੀ ਅੱਜ ਦਾਨੇਵਾਲੀਆ ਸਾਹਿਬ, ਪਿਛਲੇ 1 ਸਾਲ ਦੇ ਦੌਰਾਨ ਜੀ ਜਿਹੜੀਆਂ ਗ੍ਰਿਫਤਾਰੀਆਂ ਦਿੱਲੀ ਤੇ ਆਲੇ ਦੁਆਲੇ 'ਚ ਹੋਰ ਹੋਈਆਂ ਦੇਸ਼ ਧਰੋਹੀ ਦੇ ਕੇਸਾਂ ਦੇ ਵਿੱਚ ਜਾਂ UAPA ਦੇ ਵਿੱਚ, ਉਹਦੇ ਵਿੱਚ 1 ਸਾਲ ਦੀਆਂ ਗ੍ਰਿਫਤਾਰੀਆਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜ਼ਿਆਦਾਤਰ ਲੋਕ ਉਹ ਹੈ ਜਿਨ੍ਹਾਂ ਦੀ ਉਮਰ 35 ਸਾਲ ਤੱਕ ਹੈ ਜੀ। ਯੰਗ ਜਿਹੜੇ ਹੈਗੇ ਕੁੜੀਆਂ ਮੁੰਡੇ ਉਹ ਆ ਰਹੇ ਆ। ਚਾਹੇ CCA ਦਾ ਮਾਮਲਾ ਸੀ, CCA ਵੇਲੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਹੈ ਯੂਨੀਵਰਸਿਟੀਆਂ ਦੇ ਜਾ ਕੇ ਕੁੜੀਆਂ ਮੁੰਡਿਆਂ ਨੂੰ ਕੁੱਟਿਆ ਗਿਆ ਜੀ, ਕਿਵੇਂ ਲਾਠੀ ਚਾਰਜ ਕੀਤਾ ਗਿਆ। ਆਪਣਾ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ ਕੀ ਕੁਛ ਹੋਇਆ ਸੀ, ਬਿਲਕੁਲ ਬਹੁਤ ਕਿੱਡੀ ਦਰਿੰਦਗੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ। ਔਰ ਉਹਨਾਂ ਨੂੰ ਕੋਈ ਬਚਾਉਣ ਵਾਲਾ, ਜਿਹੜੇ ਬੱਚੇ ਬੈਠੇ ਪੜ੍ਹ ਰਹੇ ਸੀ ਲਾਇਬ੍ਰੇਰੀ 'ਚ, ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਸੀ। ਇਹ ਸਾਰਾ ਇੱਕ ਗਿਣੇ ਮਿੱਥੇ ਤਰੀਕੇ ਦੇ ਨਾਲ ਇੱਕ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਵਿੱਚ ਕੋਈ ਕੁਸਕੇ ਨਾ। ਪਰ ਦਹਿਸ਼ਤ ਕਦੋਂ ਪੈਦਾ ਕਰਦੀ ਹੈ ਹਕੂਮਤ?
ਜਦੋਂ ਉਹਨੂੰ- ਸਟੇਟ ਕਦੋਂ ਪੈਦਾ ਕਰਦੀ ਹੈ? ਜਦੋਂ ਹਕੂਮਤ ਡਰੀ ਹੁੰਦੀ ਹੈ। ਹੁਣ ਇਹ ਦੇਖੋ ਕਿ ਜਿੰਨੀਆਂ ਵੀ ਇੱਥੇ ਐਜੀਟੇਸ਼ਨਾਂ ਹੋਈਆਂ, ਆਪਾਂ ਪਿਛਲੇ ਦਿਨਾਂ ਤੋਂ ਦੇਖ ਲਈਏ, 2014 ਤੋਂ ਦੇਖ ਲਈਏ, ਹਰ ਐਜੀਟੇਸ਼ਨ ਨੂੰ ਜਿਹੜਾ ਹੈਗਾ ਜੋ ਡੰਡੇ ਦੇ ਜ਼ੋਰ ਤੇ ਦਬਾ ਦਿੱਤਾ ਗਿਆ ਸੀ ਜੀ। ਲੇਕਿਨ ਕਿਸਾਨ ਐਜੀਟੇਸ਼ਨ ਇੱਕ ਅਜਿਹੀ ਐਜੀਟੇਸ਼ਨ ਹੈ ਜਿਹੜੀ ਦਬ ਨਹੀਂ ਰਹੀ, ਕਿਉਂਕਿ ਕਿਸਾਨ ਇੱਕ ਭਾਈਚਾਰਾ ਨਹੀਂ। ਜੀ। ਗੋਲਬੰਦੀ ਕਰਨ ਵਾਸਤੇ, ਕਮਿਊਨਲ ਪੋਲਰਾਈਜੇਸ਼ਨ ਕਰਨ ਵਾਸਤੇ ਦੂਜੇ ਭਾਈਚਾਰੇ ਨੂੰ ਤਾਂ ਬਦਨਾਮ ਕਰ ਦਿਓਗੇ। ਜੇ ਇੱਥੇ ਅਸੀਂ ਗੱਲ ਕਰਾਂਗੇ ਕਿ ਜੀ ਇਹ ਸਿੱਖ ਹੈ, ਤੇ ਸਿੱਖਾਂ ਦੇ ਨਾਲ ਜਿਹੜੇ ਵੈਸਟਰਨ ਯੂਪੀ ਦੇ ਹਿੰਦੂ ਵੀ ਖੜੇ ਨੇ, ਹਿੰਦੂ ਜਿਹੜੇ ਹਰਿਆਣੇ ਦੇ ਵੀ ਖੜੇ, ਸਿੱਖਾਂ ਦੇ ਨਾਲੋਂ ਗਿਣਤੀ ਉਹਨਾਂ ਦੀ ਵੱਧ ਹੈ। ਜੇ ਅਸੀਂ ਕਹਾਂਗੇ ਮੁਸਲਮਾਨ ਹੈ, ਤੇ ਮੁਸਲਮਾਨਾਂ ਦੇ ਨਾਲ ਤਰਾਈ ਦੇ ਸਿੱਖ ਵੀ ਖੜੇ ਨੇ, ਮੁਸਲਮਾਨਾਂ ਦੇ ਨਾਲ ਤਰਾਈ ਦੇ ਹਿੰਦੂ ਵੀ ਖੜੇ ਜਿਹੜੇ ਕਿਸਾਨ ਦੇ ਰੂਪ ਦੇ ਵਿੱਚ। ਉਹ ਗੱਲ ਬਣਦੀ ਨਹੀਂ, ਕਿਉਂਕਿ ਇੱਕ ਭਾਈਚਾਰਾ, ਇੱਕ ਜਮਾਤ ਬਣ ਗਈ ਹੈ। ਇਹ ਜਾਤ ਨਹੀਂ, ਜਮਾਤ ਹੈ। ਤੇ ਜਮਾਤ ਦੀ ਜਿਹੜੀ ਯੂਨਿਟੀ ਹੈ, ਉਹ ਜਮਾਤ ਦੀ ਯੂਨਿਟੀ ਨੇ ਦਿੱਲੀ ਦੀ ਸਰਕਾਰ ਨੂੰ ਵਕਤ ਪਾਇਆ ਹੋਇਆ। ਜੀ ਜੀ। ਰਾਤਾਂ ਦੀ ਨੀਂਦ ਹਰਾਮ ਕਰ ਛੱਡੀਏ। ਇਹੀ ਕਾਰਨ ਹੈ ਕਿ ਹੁਣ ਯੂਥ ਨੂੰ ਟਾਰਗੇਟ ਕੀਤਾ ਜਾ ਰਿਹਾ। ਕਾਸ਼ ਜੇ ਕਿਤੇ ਇਹੀ ਕੁੜੀ ਕਿਸੇ ਹੋਰ ਦੇਸ਼ ਦੇ ਵਿੱਚ ਹੁੰਦੀ, ਪੱਛਮੀ ਦੇਸ਼ ਦੇ ਵਿੱਚ ਹੁੰਦੀ, ਤਾਂ ਹੁਣ ਇਹਨੂੰ ਨੋਬਲ ਅਵਾਰਡ ਮਿਲਿਆ ਹੁੰਦਾ। ਬਿਲਕੁਲ। ਜਿਹਨੂੰ ਨੋਬਲ ਅਵਾਰਡ ਮਿਲਣਾ ਸੀ, ਉਹਨੂੰ ਫੜ ਕੇ ਤੁਸੀਂ ਜੇਲ੍ਹ 'ਚ ਟੰਗ ਦਿਓ ਜੀ। ਔਰ ਉਹਦੇ ਦੋ ਹੋਰ ਸਾਥੀ ਹੈ, ਉਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿਓ, ਉਹਨਾਂ ਨੂੰ ਵੀ ਮੁਲਜ਼ਮ ਤੁਸੀਂ ਡਿਕਲੇਅਰ ਕਰ ਦਿਓ ਕਿ ਉਹ ਵੀ ਮੁਲਜ਼ਮ ਹੈ। ਔਰ ਅਗਲੀ ਗੱਲ ਦੇਖੋ ਤੁਸੀਂ ਕਿ ਉਸ ਲੜਕੀ ਨੂੰ ਹਮਾਇਤ ਕਿੰਨੀ ਮਿਲ ਰਹੀ ਹੈ। ਜੀ। ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ, ਉਹਨਾਂ ਦਾ ਜਿਹੜੀ ਸਟੇਟਮੈਂਟ ਆਈ ਹੈ, ਉਹਨਾਂ ਨੇ ਕਿ ਹਰ ਉਸ ਸ਼ਖਸ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਜਿਹੜਾ ਕਿਸਾਨਾਂ ਦੀ ਹਮਾਇਤ ਕਰਦਾ ਹੈ। ਜੀ। ਜੇ ਇਸ ਕੁੜੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਮਤਲਬ ਟੂਲ ਕਿਟ ਜਿਹੜੀ ਹੋਈ ਹੈ, ਉਹਨੂੰ ਉਹਦੀਆਂ 2 ਲਾਈਨਾਂ ਆਡਿਟ ਕਰਤੀਆਂ ਜੀ, ਉਹਨਾਂ 2 ਲਾਈਨਾਂ ਦੇ ਨਾਲ ਕਿੱਡੀ ਕੁ ਵੱਡੀ ਮੁਸੀਬਤ ਖੜੀ ਹੋ ਗਈ ਸੀ। ਉਸ ਕੁੜੀ ਨੂੰ ਕਿਉਂ ਤੁਸੀਂ ਖਾਮਖਾ ਕਰਦੇ ਹੋ? ਕਮਲਾ ਹੈਰਿਸ ਦੀ ਭਤੀਜੀ ਹੈ, ਉਹਨੇ ਵੀ ਇਹਦੇ ਹੱਕ ਵਿੱਚ ਆ ਕੇ ਜਿਹੜੀ ਹੈ ਹਾਦਾ ਨਾਰਾ ਮਾਰਿਆ। ਇੱਕ ਕੁੜੀ ਹੋਰ ਹੈ, ਮੇਰਾ ਖਿਆਲ ਹੈ ਉਹਦਾ ਨਾਂ ਹੈਗਾ ਆਪਣੀ ਦਿੱਲੀ ਦੀ, ਆਪਣੀ ਉਹ ਕੈਨੇਡਾ ਦੀ ਰਹਿਣ ਵਾਲੀ ਹੈ ਜੀ, ਦੀਪ ਕੌਰ, ਉਹਨੇ ਵੀ ਇਹਦੇ ਹੱਕ ਵਿੱਚ ਜਿਹੜਾ ਹੈਗਾ ਹਾਦਾ ਨਾਰਾ ਮਾਰਿਆ। ਕੌਮਾਂਤਰੀ ਤੌਰ ਦੇ ਉੱਤੇ ਜਿਹਨੂੰ ਇੰਨੀ ਹਮਾਇਤ ਮਿਲ ਰਹੀ ਹੈ ਜੀ, ਤੇ ਸਾਡੀ ਸਟੇਟ ਦੀਆਂ ਨਜ਼ਰਾਂ ਦੇ ਵਿੱਚ ਉਹ ਬਹੁਤ ਵੱਡੀ ਦਹਿਸ਼ਤਗਰਦ ਹੈ। 20-22 ਸਾਲ ਦੇ ਬੱਚੇ ਦਾ ਜੇ ਆਪਾਂ ਕਹੀਏ, ਉਹਦਾ ਦਿਮਾਗ ਜਿਹੜਾ ਉਹਨੂੰ ਕਹਾਂਗੇ ਆਪਾਂ ਉਸਾਰੂ ਪਾਸੇ ਲੱਗਦਾ ਹੈ ਜੀ। ਜਦੋਂ ਅਸੀਂ ਉਹਨੂੰ ਜੇਲ੍ਹ 'ਚ ਭੇਜਾਂਗੇ, ਜੇਲ੍ਹ ਦੇ ਵਿੱਚ ਕਿਹੋ ਜਿਹੇ ਲੋਕਾਂ ਨਾਲ ਉਹਦਾ ਵਾਸਤਾ ਰੱਬ ਜਾਣਦਾ, ਇਹ ਕਿਹੜੇ ਪਾਸੇ ਨੂੰ ਜਾਊ। ਪਰ ਅਗਲਾ ਤੁਸੀਂ ਇਹ ਦੇਖੋ ਕਿ ਜੇ, ਕਿਉਂਕਿ ਜਿਹੜੇ ਵਿਰੋਧ ਵਾਲੇ ਲੋਕ ਹੈ, ਜਿਨ੍ਹਾਂ ਦੀ ਵਿਚਾਰਧਾਰਾ ਹੋਰ ਹੈ, ਜਿਨ੍ਹਾਂ ਦੀ ਹਿੰਦੂਤਵ ਦੇ ਨਾਂ ਦੇ ਥੱਲੇ ਜਿਨ੍ਹਾਂ ਦੀਆਂ ਕੰਪੇਨਸ ਚੱਲਦੀਆਂ, ਉਹਨਾਂ ਵਾਸਤੇ ਕੀ ਕੀਤਾ? ਦਿੱਲੀ ਯੂਨੀਵਰਸਿਟੀ ਦੇ ਵਿੱਚ ਆ ਜੋ ਆਪਣਾ JNU ਦੇ ਵਿੱਚ ਕੀ ਕੁਛ ਕੀਤਾ, ਬਹੁਤ ਕੁਛ। ਉਹਦੇ ਤੇ ਪੁਲਿਸ ਨੇ ਅੱਜ ਤੱਕ ਇੱਕ ਬੰਦਾ ਟਰੇਸ ਨਹੀਂ ਕੀਤਾ। ਉਹਦਾ ਕਰਦਾ ਜਾਣਾ ਹੀ ਨਹੀਂ ਨਾ ਢਿੱਲੋਂ ਸਾਹਿਬ। ਉਧਰ ਇਹ ਤਾਂ ਐਂ ਲੱਗਦਾ ਕਿ ਜਿਹੜਾ ਇਹਨਾਂ ਦੇ ਖਿਲਾਫ ਕੋਈ ਆਵਾਜ਼ ਚੁੱਕਦਾ ਨਾ, ਹੱਥ ਵੀ ਖੜਾ ਕਰਦੇ, ਉਹਦਾ ਹੱਥ ਮਰੋੜ ਕੇ ਪਿੱਛੇ ਲਾ ਦੇ। ਬਿਲਕੁਲ। ਸੋ ਇਹ ਜੋ ਕੁਛ ਕੀਤਾ ਜਾ ਰਿਹਾ, ਤਾਂ ਮੈਨੂੰ ਲੱਗਦਾ ਦੇਖੋ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਜੇ ਆਪਾਂ ਆਖੀਏ ਕਿ ਰੂਟੀਨ ਪੁਲਿਸ, ਤਾਂ ਉਹਦਾ ਦਿੱਲੀ ਦੀ ਇਹਨਾਂ ਦੇ ਸਿੱਧੀ ਮਤ ਹੈ, ਤਾਂ ਉਹਦਾ ਫਿਰ ਜਿੱਥੋਂ ਮਰਜ਼ੀ ਧੌਣ 'ਚ ਉਹਦੇ ਸਾਫਾ ਪਾ ਕੇ ਧੂ ਲਿਆਉਂਦੇ ਆ। ਕਿਉਂਕਿ ਦੂਜੀ ਜੇ ਕਹਿਣਗੇ ਤਾਂ ਫਿਰ ਉਹ ਤਾਂ ਤੁਸੀਂ ਵੀ ਸਿਆਣੇ ਹੋ ਵੀ ਕਿ ਆਖੇ ਲੱਗੂਗੇ ਨਾ ਲੱਗੂ, ਜਾਂ ਫਿਰ NIA ਵਗੈਰਾ ਉਹਨੂੰ ਭੇਜਦੇ ਆ। ਦਿੱਲੀ ਤਾਂ ਜਿੱਥੇ ਮਰਜ਼ੀ ਭੇਜ ਦਿਓ, ਜਿੱਥੇ ਮਰਜ਼ੀ ਦਿੱਲੀ 'ਚ ਪਰਚਾ ਦਰਜ ਕਰਾ ਦਿਓ। ਨਹੀਂ, ਉਹ ਤਾਂ ਸਾਰੀ ਗੱਲ ਹੀ ਹੈ ਨਾ ਵੀ NIA ਦੀ ਵੀ ਇਹਨਾਂ ਦੇ ਮੁਤਾਬਕ ਹੈ। ਆਪਾਂ ਤੁਸੀਂ ਦੇਖਿਆ ਹੀ ਹੈ ਉਹਦੇ ਵਾਲਾ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਜਿੰਨੀਆਂ ਏਜੰਸੀਆਂ ਸੀ ਸਾਰੀਆਂ ਉਸ ਮਾਮਲੇ 'ਚ ਪਾੜਤੀਆਂ ਸੀ। ਕੀ ਉਹ ਕੁੜੀ ਦਾ ਨਾਂ ਰੀਆ ਚੱਕਰਵਰਤੀ ਹੈ? ਹਾਂਜੀ। ਰੀਆ ਚੱਕਰਵਰਤੀ ਦੇ ਮਾਮਲੇ 'ਚ ਉਹਨੂੰ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਦੇ ਖਿਲਾਫ ਪਾਈ ਸੀ ਪਟੀਸ਼ਨ। ਜੀ। ਇੱਕ ਦੇ ਖਿਲਾਫ ਤਾਂ ਹਾਈ ਕੋਰਟ ਨੇ ਕਹਿੰਦਾ ਕਾਰਵਾਈ ਬਣਦੀ ਨਹੀਂ, ਅਦਾਲਤ ਨੇ कहता, लेकिन दूजे के खिलाफ दूजी के खिलाफ कहता कि कार्रवाई बनती है। ਇਹਦਾ ਮਤਲਬ ਹੈ ਵੀ ਗੱਲ ਪੁੱਠੀ ਪੈ ਗਈ। ਤੁਸੀਂ ਦੇਖੋ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਉਹਦੇ ਮਗਰ ਪਾਤਾ, ਇਨਕਮ ਟੈਕਸ ਉਹਦੇ ਨਜ਼ਰੀ, ਉਹ ਨਾਰਕੋਟਿਕ ਬਿਊਰੋ ਉਹਦੇ ਮਗਰ ਪਾ ਦਿੱਤੀ। ਜੀ। ਉਹ ਕਿਹੜਾ ਮਤਲਬ ਜਿਹੜਾ ਸਾਂਝਾ ਸਟੇਟ ਦਾ ਜਿਹੜਾ ਉਹਦੇ ਖਿਲਾਫ ਨਹੀਂ ਇਸਤੇਮਾਲ ਕੀਤਾ ਗਿਆ। ਹਾਲਤ ਉਹਨਾਂ ਦੀ ਜਿਹੜੀ ਹੈਗੀ ਹੈ ਜੇ ਕੱਖੋਂ ਹੌਲੀ ਕਰ ਦਿੱਤੀ। ਉਹਨਾਂ ਨੂੰ ਮਕਾਨ ਕਿਰਾਏ ਤੇ ਲੈਣ ਦੀ ਉਸ ਪਰਿਵਾਰ ਨੂੰ ਇੱਕ ਵੱਡੀ ਪ੍ਰੋਬਲਮ ਪੈਦਾ ਹੋ ਗਈ ਸੀ। ਕਾਰਨ ਕੀ ਸੀ? ਕਾਰਨ ਸਿਰਫ ਇਹ ਸੀਗੀ ਕਿ ਜਿਹੜੀ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਜਿੱਤ ਹਾਸਲ ਕਰਨੀ ਸੀ। ਔਰ ਉਹ ਆਪਾਂ ਨੂੰ ਪਤਾ ਹੀ ਵੀ ਨਿਤੀਸ਼ ਕੁਮਾਰ ਦੀ ਹਾਲਤ ਵੀ ਜਿਹੜੀ ਪਾਣੀ ਉਹ ਪਤਲੀ ਹੋ ਗਈ। ਜੀ। ਉਹਨੂੰ ਵੀ ਜਿਹੜਾ ਹੈਗਾ ਉਹ ਮੁੱਖ ਮੰਤਰੀ ਜ਼ਰੂਰ ਹੈ, ਲੇਕਿਨ ਉਹ ਬਹੁਤ ਘੱਟ ਇੱਕ ਛੋਟੇ ਦਲ ਦਾ ਲੀਡਰ ਹੈ। ਮੁੱਖ ਮੰਤਰੀ ਉਹਨੂੰ ਡਿਕਲੇਅਰ ਕਰ ਦਿੱਤਾ, ਉਹਦੇ ਪੱਲੇ ਕੱਖ ਨਹੀਂ ਹੈ। ਜੀ। ਔਰ BJP ਨੇ ਉੱਥੇ ਜਿਹੜੀ ਜਿੱਤ ਪ੍ਰਾਪਤ ਕਰਨੀ ਸੀਗੀ, ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਸੀ, ਉਹ ਖੇਡ ਲਿਆ। ਇਹੀ ਚੀਜ਼ ਜਿਹੜੀ ਹੈਗੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਹੁਣ ਦੁਬਾਰਾ ਫੇਰ ਇਹਦਾ ਕਨੈਕਸ਼ਨ ਉਹੀ ਜੁੜਿਆ ਜਾ ਰਿਹਾ। ਅੱਛਾ ਜੀ। ਪਹਿਲਾਂ ਜਿਹੜੀ ਗੱਲ ਕਹੀ ਸੀ ਕਿ ਜੀ ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ, ਇਹ ਅੱਤਵਾਦੀਆਂ ਦਾ ਅੰਦੋਲਨ ਹੈ, ਹੁਣ ਵੀ ਇਹ ਕਹਿ ਦਿੱਤਾ ਕਿ ਇਸ ਜਿਹੜੀ ਇਹ ਕਿੱਟ ਦੇ ਨਾਲ ਜੁੜੇ ਹੋਏ ਲੋਕ ਹੈ ਜਿਨ੍ਹਾਂ ਨੇ ਤਿਆਰ ਕੀਤੀ ਹੈ, ਉਹ ਖਾਲਿਸਤਾਨੀਆਂ ਦੁਆਰਾ ਜਿਹੜੇ ਹੈਗੇ ਪ੍ਰਮੋਟਰ ਹੈ। ਉਹ ਜਿਹੜੇ ਹੈਗਾ ਪ੍ਰਮੋਟ ਉਹਨਾਂ ਨੇ ਕੀਤਾ, ਉਹਨਾਂ ਦੇ ਪ੍ਰਮੋਟਰ ਖਾਲਿਸਤਾਨੀ ਹੈ। ਜੀ। ਹੁਣ ਕਿਵੇਂ ਤੁਸੀਂ ਇਹ ਦੇਖੋ ਕਿ ਕੁੜੀ ਬੰਗਲੌਰ ਦੀ ਜੰਮੀ ਹੋਈ ਹੈ,
ਪਹਿਲਾਂ ਤੁਹਾਡੇ ਯਾਦ ਹੋਣਾ ਦਾਨੇਵਾਲੀਆ ਸਾਹਿਬ ਇੱਕ ਕੁੜੀ ਨੂੰ ਉੱਥੇ ਬੰਗਲੌਰ ਤੋਂ ਹੋਰ ਵੀ ਗ੍ਰਿਫਤਾਰ ਕੀਤਾ ਸੀ। ਉਹ ਮੁਹੰਮਦਨ ਕੁੜੀ ਸੀਗੀ ਜੀ। ਉਹਦਾ ਕਸੂਰ ਕੀ ਸੀਗਾ? ਉਹ ਕਿਤੇ ਕਿਸੇ ਜਲਸੇ ਨੂੰ ਐਡਰੈਸ ਕਰਦੀ ਸੀ, ਉਹਨੇ ਜਿੰਦਾਬਾਦ ਕਹਿਤਾ ਸੀ। ਭਾਰਤ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ, ਬੰਗਲਾਦੇਸ਼ ਜਿੰਦਾਬਾਦ, ਨੇਪਾਲ ਜਿੰਦਾਬਾਦ, ਸਾਰੇ ਦੇਸ਼ਾਂ ਦਾ ਨਾਂ ਲੈਤਾ। ਉਹ ਕਹਿੰਦੀ ਮੈਂ ਤਾਂ ਜ਼ਿੰਦਗੀ ਨੂੰ ਜਿੰਦਾਬਾਦ ਕਹਿਣੀ ਹੈ। ਕੀ ਦੂਜੇ ਦੇਸ਼ਾਂ ਦੇ ਵਿੱਚ ਲੋਕ ਨਹੀਂ ਬਸਦੇ? ਜੇ ਸਾਰਿਆਂ ਦੀ ਜਿੰਦਾਬਾਦ ਹੋਗੀ, ਸਾਰੇ ਜਿੰਦਾ ਰਹਿਣਗੇ ਤਾਂ ਲੜਾਈਆਂ ਨਾ ਹੋਣਗੀਆਂ, ਜੰਗ ਨਾ ਹੋਣਗੀਆਂ। ਇਸ ਮੁੱਦੇ ਦੇ ਉੱਤੇ ਉਸ ਕੁੜੀ ਨੂੰ ਵੀ ਫੜ ਕੇ ਅੰਦਰ ਸਿੱਟਤਾ ਸੀ, ਇਹਨੂੰ ਵੀ ਅੰਦਰ ਸੁੱਟਤਾ। ਔਰ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਜਿਹੜੇ ਹੈਗੇ 35 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੰਦੇ ਆ, ਪਿਛਲੇ 1 ਸਾਲ ਦੇ ਵਿੱਚ ਸਾਰੇ ਉਹ ਸੁੱਟੇ ਹੋਏ ਪਤਾ ਵੀ ਅਗਲੀ ਸੰਘਰਸ਼ੀਲ ਯੋਧਿਆਂ ਦੀ ਜਿਹੜੀ ਅਗਲੀ ਆਪਣੀ ਪੀੜ੍ਹੀ ਉਹਨੂੰ ਖਤਮ ਕਰ ਦਿਓ, ਹੁਣੇ ਦਬਾ ਦਿਓ, ਉਹਨੂੰ ਖਤਮ ਕਰ ਦਿਓ, ਉਹਨੂੰ ਟੈਰਰਾਈਜ਼ ਕਰ ਦਿਓ, ਜਾਂ ਜਿਹੜੇ ਕੋਈ ਉਹੋ ਜਿਹੇ ਹੈਗੇ ਆ ਉਹਨਾਂ ਨੂੰ ਐਜ਼ ਟੂਲ ਯੂਜ਼ ਕਰ ਲਓ, ਗਾਲਾਂ ਕੱਢਣ ਦੇ ਕੰਮ ਦੇ ਲਈ, ਉਧਰ ਦੇ ਕੰਮ ਦੇ ਲਈ। ਉਹ ਕਰਦੇ ਉਹੀ ਕੁਛ ਕਰੀ ਜਾਂਦੇ ਆ ਜਿਹੜੀਆਂ ਹੁਣ IT ਸੈੱਲ ਵਾਲੇ। ਉਹ 2 ਰੁਪਏ 3 ਰੁਪਏ ਟਵੀਟ ਦੇ ਦੇਈ ਜਾਂਦੇ, ਉਹਦੇ ਤੇ ਸ਼ਾਮ ਨੂੰ 500-600 ਬਣਾ ਲੈਂਦੇ ਆ, 10-10 ਪ੍ਰੋਫਾਈਲਾਂ ਬਣੀਆਂ ਹਾਂਜੀ, ਦੱਬੀ ਆਉਂਦੇ ਕੰਮ। ਬਿਲਕੁਲ ਦੇਖੋ। ਤੇ ਹੁਣ ਪਹਿਲਾਂ ਤਾਂ ਕਿੰਨਾ ਦਾ JP ਉਹ ਸੀਗਾ ਇੱਕ ਦਲਾਲ, ਉਹਨੇ ਕੀ ਕਹਿੰਦੇ ਸੋਹਣੀ ਪੱਗ ਬਣਾਈ, ਹੁਣ ਕਹਿੰਦੇ ਨਿਲ ਵਿੱਚ ਨੇ ਵੀ ਫਿਰ ਇਹ ਤਾਂ ਵੈਸੇ ਤਾਂ ਵਿਵਾਦਾਂ 'ਚ ਹੀ ਰਹਿੰਦਾ ਸਾਰੇ ਵਿਵਾਦਾਂ 'ਚ। ਜੇ ਮੈਨੂੰ ਇਹ ਦੱਸੋ ਵੀ BJP ਦਾ ਕਿਹੜਾ ਬੰਦਾ ਜਿਹੜਾ ਵਿਵਾਦਾਂ 'ਚ ਨਹੀਂ ਰਹਿੰਦਾ? ਪ੍ਰਧਾਨ ਮੰਤਰੀ ਸਾਹਿਬ ਤਾਂ ਕਹਿੰਦੇ ਜੀ ਅੰਨਦਾਤਾ ਜਿਹੜਾ ਹੈਗਾ ਉਹ ਜਿੰਦਾਬਾਦ ਹੈ, ਠੀਕ ਹੈ, ਉਹ ਉਹਨਾਂ ਦੀ ਜਿੰਦਾਬਾਦ ਕਰਦੇ ਆ। ਲੇਕਿਨ ਉਹਨਾਂ ਦੀਆਂ ਜਿਹੜੀਆਂ ਫੌਜਾਂ ਹੈ, IT ਸੈੱਲ ਦੇ ਹੈ, ਉਹ ਸਾਰੇ ਦੇ ਅਮਿਤ ਮਾਲਵੀਆ ਤੋਂ ਲੈ ਕੇ ਸਾਰੇ ਦੇ ਸਾਰੇ ਕਹੀ ਜਾਂਦੇ ਜੀ ਦਹਿਸ਼ਤ ਕਰਦਾ। ਅਨਿਲ ਵਿਜ ਨੇ ਹੁਣ ਕੀ ਕਿਹਾ? ਅਨਿਲ ਵਿਜ ਨੇ ਵੀ ਇਹੀ ਕੁਛ ਕਿਹਾ ਕਿ ਜਿਹੜੇ ਲੋਕ ਜਿਹੜੀਆਂ ਇਸ ਕਿਸਮ ਦੀਆਂ ਕਾਰਵਾਈਆਂ 'ਚ ਜੁੜੇ ਹੋਏ ਹੈ, ਉਹਨਾਂ ਦਾ ਜਿਹੜਾ ਨੇਸ ਤੋਂ ਨਾਬੂਦ ਕਰ ਦੇਣਾ ਚਾਹੀਦਾ ਹੈ। ਮਲੀਆ ਮੇਟ ਕਰ ਦਿਓ ਮਲੀਆ ਮੇਟ। ਮਤਲਬ ਉਹਦੇ ਕਿਹਨੂੰ ਕਹਿੰਦੇ ਮਲੀਆ ਮੇਟ ਕਰ ਦਿਓ? ਆਹੀ ਕੁੜੀ। ਇਹਦਾ ਏਜੰਡਾ ਫਿਰ ਢਿੱਲੋਂ ਸਾਹਿਬ ਸਿੱਧਾ ਹੀ ਹੈ ਕਿ ਹਮਾਰੇ ਆਗੇ ਕੋਈ ਬੋਲੇ ਨਾ ਬਸ। ਬਿਲਕੁਲ ਹੁਣ ਦਿਸ਼ਾ ਰਵੀ ਵਾਸਤੇ ਇਹ ਗੱਲ ਕਹਿਦਾ ਕਿ ਉਹਨਾਂ ਦਾ ਸਾਰਾ ਕੁਝ ਖਤਮ ਕਰ ਦਿਓ, ਬੀਨਾਸ ਹੀ ਖਤਮ ਕਰ ਦਿਓ। ਕਹਿੰਦੇ ਬੀਨਾਸ ਦਾ ਮਤਲਬ ਹੁੰਦਾ ਕਿ ਸਾਰਾ ਓੜਮਾ ਕੋੜਮਾ ਕੁਛ ਨਾ ਕਰੋ। ਇਹਦੇ ਉੱਤੇ ਪ੍ਰਤੀਕਰਮ ਬੜਾ ਤਿੱਖਾ ਹੋਇਆ, ਤੇ ਪ੍ਰਤੀਕਰਮ ਤਿੱਖਾ ਹੋਣ ਦਾ ਨਤੀਜਾ ਕੀ ਹੋਇਆ ਕਿ ਜਿਹੜਾ ਟਵੀਟ ਕੀਤਾ ਸੀ, ਹੁਣ ਕਹਿੰਦੇ ਜੀ ਵਿਜ ਸਾਹਿਬ ਨੇ ਟਵੀਟ ਵੀ ਡਿਲੀਟ ਕਰਤਾ ਜੀ। ਅੱਛਾ, ਉਹ ਟਵੀਟ ਵੀ ਡਿਲੀਟ ਕਰਤਾ ਦੇ ਨਾਲ ਹੁਣ ਇਹ ਕਰਨ ਲੱਗੇ ਕਿ ਮੇਰਾ ਮਤਲਬ ਇਹ ਨਹੀਂ ਸੀ ਤੇ ਮੇਰਾ ਮਤਲਬ ਇਹ ਨਹੀਂ ਸੀ। ਇਹਨੂੰ ਅਸੀਂ ਕਹਾਂਗੇ ਹੇਟ ਸਪੀਚ। ਅਸਲ UAPA ਲੱਗਣਾ ਕਿੱਥੇ ਚਾਹੀਦਾ? ਇੱਥੇ ਲੱਗਣਾ ਚਾਹੀਦਾ। ਇੱਥੇ UAPA ਲੱਗ ਨਹੀਂ ਰਿਹਾ ਤੇ ਲੱਗ ਕਿਹਦੇ ਤੇ ਰਿਹਾ? ਲੱਗ ਉਹਦੇ ਤੇ ਰਿਹਾ ਜਿਹੜਾ ਵਾਤਾਵਰਨ ਨੂੰ ਬਚਾਉਣ ਵਾਸਤੇ ਲੱਗਿਆ ਵਾ। ਜੇ ਵਾਤਾਵਰਨ ਨੂੰ ਬਚਾਉਣ ਵਾਲਾ ਬੰਦਾ ਇਹ ਗੱਲ ਕਹਿੰਦਾ ਕਿ ਕਿਸਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੀ, ਕਿਸਾਨ ਨੂੰ ਤੁਸੀਂ ਦੂਜੇ ਪਾਸੇ ਨਾ ਕਰੋ, ਤੇ ਉਹ ਕਿਸਾਨ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਦਾ ਬੀਨਾਸ ਖਤਮ ਕਰ ਦਿਓ, ਇਹ ਗੱਲ ਕਹਿੰਦਾ। ਇਹ ਕਿੱਧਰ ਜਾਂਦੀ ਹੈ ਗੱਲ? ਅਨਿਲ ਵਿਜ ਨੇ ਇੱਕ ਵਾਰੀ ਨਹੀਂ ਗੱਲ ਕਹੀ, ਆ ਪਿਛਲੇ ਦਿਨਾਂ ਦੇ ਬੜਾ ਕੁਝ ਕਹਿੰਦਾ ਰਿਹਾ। ਹਾਂਜੀ, ਪਿਛਲੇ ਦਿਨਾਂ ਦੇ ਵਿੱਚ ਵੀ ਕੋਈ ਗੱਲ ਹੋਈ ਹੈ ਕਿ ਇਹਦਾ ਭਰਾ ਸੀ ਸ਼ਾਇਦ ਜੀ, ਉਹ ਇੱਕ DIG ਨਾਲ ਕੋਠੀ ਹੋ ਪਿਆ। ਅੱਛਾ ਜੀ, ਉਹ DIG ਨੇ ਕਿਤੇ ਮਾੜਾ ਮੋਟਾ ਹੱਬ ਦੱਬ ਕਰ ਦਿੱਤੀ, DIG ਦੇ ਖਿਲਾਫ ਕੇਸ ਰਜਿਸਟਰ ਵੀ ਕਰਵਾਤਾ। ਓਕੇ, ਔਰ DIG ਨੂੰ ਸਸਪੈਂਡ ਵੀ ਕਰਤਾ। ਤਕੜੇ ਫਿਰ ਇਮੇਜ ਵਿੱਚ ਤੁਹਾਡੇ ਯਾਦ ਹੋਣਾ ਕਿਸੇ ਜ਼ਿਲ੍ਹੇ ਦੀ ਸ਼ਿਕਾਇਤ ਨਿਵਾਰਨ ਕਮੇਟੀ ਦੀ, ਜ਼ਿਲ੍ਹੇ ਦੀ ਜਿਹੜੀ ਸ਼ਿਕਾਇਤ ਨਿਵਾਰਨ ਤੇ ਆ ਹੁੰਦੀ ਹੈ ਤੁਹਾਡੀ ਜ਼ਿਲ੍ਹਾ ਯੋਜਨਾ ਕਮੇਟੀ ਦੀ ਮੀਟਿੰਗ ਨੂੰ ਪ੍ਰੈਜ਼ਾਈਡ ਓਵਰ ਕਰਨ ਗਏ ਸੀ ਜੀ। ਉੱਥੇ ਕੋਈ ਲੇਡੀ IPS ਆਫੀਸਰ ਸੀ, ਉਹਨੂੰ ਪੁੱਠੇ ਸਿੱਧੇ ਸਵਾਲ ਕਰਨੇ ਸ਼ੁਰੂ ਕਰਤੇ ਜੀ। ਉਹਨੇ ਕਿਹਾ ਜੀ ਮੈਂ ਤਾਂ ਅਪਰਾਧੀਆਂ ਨੂੰ ਜਿਹੜਾ ਹੈਗਾ ਕਾਬੂ ਕਰਨ ਵਾਸਤੇ ਮੇਰੀ ਫੋਰਸ ਕੰਮ ਕਰਦੀ ਹੈ। ਉਹਨੂੰ ਕਹਿੰਦਾ ਤੂੰ ਬਾਹਰ ਨਿਕਲ ਜਾ। ਆਹ ਕੁੜੀ ਹੁਣ ਬਦਲਤਾ ਹੀ SPC, ਪਿਛਲੀ ਵਾਰੀ ਦੀ ਗੱਲ ਹੈ। SPC ਉਹ ਕਹਿੰਦੀ ਮੈਂ ਨਹੀਂ ਜਾਂਦੀ, ਮੈਂ ਆਪਣੀ ਡਿਊਟੀ ਕਰ ਰਹੀ ਹਾਂ, ਮੈਂ ਬਾਹਰ ਕਿਉਂ ਜਾਵਾਂ। ਉਹਦੇ ਹੀ ਟ੍ਰਾਂਸਫਰ ਕਹਿੰਦਾ ਤੂੰ ਨਸ਼ੇ ਵਿਕਾਤੀ ਹੋ। ਉਹ ਮਤਲਬ ਇਸ ਕਿਸਮ ਦੇ ਲੋਕ ਹੈ ਜਿਹੜੇ, ਇਹਨਾਂ ਲੋਕਾਂ ਦੇ ਨੱਥ ਪਾਉਣੀ ਚਾਹੀਦੀ ਹੈ। ਅਸਲ ਇਹ ਨੱਥ ਕੀ ਪਵੇ ਜੀ, ਇਹ ਮੁੱਖ ਮੰਤਰੀ ਬਣਨ ਨੂੰ ਫਿਰਦਾ ਜੀ। ਭਾਵੇਂ ਮੁੱਖ ਮੰਤਰੀ ਬਣਦਾ, ਜਿਹੜਾ ਗ੍ਰਹਿ ਮੰਤਰੀ ਹੈ, ਉਹ ਗ੍ਰਹਿ ਮੰਤਰੀ ਵੀ ਮੁੱਖ ਮੰਤਰੀ ਦੇ ਨਾਲ ਦੂਜੇ ਨੰਬਰ ਦਾ ਹੀ ਹੈ ਜੀ। ਨਾਲ ਮੇਰੇ ਖਿਆਲ ਹੈਲਥ ਮਿਨਿਸਟਰ ਵੀ ਹੈ, ਗ੍ਰਹਿ ਮੰਤਰੀ ਵੀ ਹੈ। ਹੈਲਥ ਮਿਨਿਸਟਰ ਤੇ ਗ੍ਰਹਿ ਮੰਤਰੀ ਇਸ ਕਿਸਮ ਦੇ ਬੇਹੂਦਾ ਬਿਆਨ ਦੇਵੇ, ਇਹ ਬਿਆਨ ਤਾਂ ਉਹਨਾਂ ਦੇ ਹੁੰਦੇ ਆ ਜਿਹੜੇ ਸੜਕ ਸਾਫ਼ ਹੁੰਦੇ ਜੀ। ਆਮ ਪਿੰਡ ਗਲੀਆਂ 'ਚ ਤੁਰਨ ਫਿਰਨ ਵਾਲੇ ਜਿਹੜੇ ਗਲੀ ਲੈਵਲ ਦੇ ਲੀਡਰ ਹੁੰਦੇ, ਉਹੇ ਜਿਹਦਾ ਬਿਆਨ ਦੇ ਦੇਣ। ਇੱਕ ਸਟੇਟ ਦਾ ਗ੍ਰਹਿ ਮੰਤਰੀ ਇਸ ਕਿਸਮ ਦਾ ਬਿਆਨ ਦਿੰਦਾ ਕਿ ਬੀਨਾਸ ਖਤਮ ਕਰ ਦਿਓ ਕਿਸੇ ਦਾ, ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਖਤਮ ਕਰਨ ਤੇ ਆਏ ਹੋ। ਇਹ ਤਾਂ ਚਲੋ ਸ਼ੁਕਰ ਕਰੋ ਕਿ ਕੁੜੀ ਹਿੰਦੂ ਹੈ, ਜੇ ਕਿਤੇ ਮੁਸਲਮਾਨ ਜਾਂ ਹੋਰ ਹੁੰਦੀ। ਉਸ ਕੁੜੀ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਮਾਂ-ਬਾਪ ਜਿਹੜੇ ਕਿਸਾਨ ਹੈਗੇ। ਅੱਛਾ, ਤੰਗੇ ਫਿਰ ਹੁਣ ਇਹ ਵੀ ਢਿੱਲੋਂ ਸਾਹਿਬ ਤੁਸੀਂ ਗਲਤ ਤੋਂ ਹਿੰਦੂ ਨਹੀਂ ਹੈ, ਹਾਂਜੀ ਉਹ ਕਿਸਾਨ ਹੈ। ਚਲੋ ਫਿਰ ਵੀ ਮੁਸਲਮਾਨ ਨਹੀਂ ਨਾ ਕਹਿੰਦੇ, ਹੁਣ ਕਿਸਾਨ ਵੀ ਢਿੱਲੋਂ ਸਾਹਿਬ ਇੱਕ ਧਰਮ ਅੱਡ ਹੋ ਗਿਆ। ਨਹੀਂ, ਧਰਮ ਤਾਂ ਉਹਦਾ ਮੈਂ ਪਤਾ ਕਹੀ ਨੇ, ਉਹ ਭਾਈਚਾਰਾ ਹੈ।
ਨਹੀਂ ਤੁਸੀਂ ਭਾਈਚਾਰਾ ਨਹੀਂ ਹੈਗਾ ਹੁਣ ਉਹ ਬੀਜੇਪੀ ਲਈ ਇੱਕ ਅਲੱਗ ਧਰਮ ਹੈ, ਜਿਹੜਾ ਦੇਸ਼ ਧਰੋਈਆਂ ਦਾ ਧਰਮ ਹੈ। ਹਾਂ, ਬੀਜੇਪੀ ਲਈ ਹੋ ਗਿਆ, ਬੀਜੇਪੀ ਹੀ ਬਿੱਲੇ ਹੋ ਗਿਆ, ਪਰ ਆਪਾਂ ਬੀਜੇਪੀ ਦੀ ਨਜ਼ਰ ਨਾਲ ਨਹੀਂ ਨਾ ਦੇਖਦੇ। ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਨਾ, ਮੈਂ ਤਾਂ ਪੱਤਰਕਾਰਾਂ ਦੀ ਨਜ਼ਰ ਨਾਲ ਦੇਖਦੇ ਹਾਂ, ਕਿਉਂਕਿ ਆਪਣੇ 'ਚ ਵੀ ਕਈ ਪੱਤਰਕਾਰ ਹੈਗੇ ਨਾ ਜਿਹੜੇ ਉਹ ਵੀ ਉਸ ਨੂੰ ਧਰਮ ਹੀ ਮੰਨਣ ਲੱਗ ਪਏ। ਦੇਖੋ ਗੱਲ ਇਹ ਹੈ, ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਉਸ ਕੁੜੀ ਨੇ ਇਹ ਕਿਹਾ ਕਿ ਮੇਰੇ ਮਾਂ-ਬਾਪ ਨੇ ਨਰਿੰਦਰ ਮੋਦੀ ਨੂੰ ਵੋਟਾਂ ਪਾਈਆਂ। ਦੱਸੋ। ਰਕੇਸ਼ ਟਕੈਤ ਨੇ ਵੀ ਇਹ ਗੱਲ ਕਹੀ ਸੀ, ਤੁਹਾਡੀ ਯਾਦ ਹੈ, ਉਹਨਾਂ ਨੇ ਓਪਨ ਕਿਹਾ ਸੀ ਕਿ ਜਿਹੜੀ 2017 ਤੇ 2019 ਦੀਆਂ ਚੋਣਾਂ ਵੇਲੇ ਜੀ ਮੈਂ ਵੀ ਬੀਜੇਪੀ ਨੂੰ ਵੋਟ ਪਾਈ ਸੀ, ਔਰ ਮੈਂ ਆਪਣੇ ਸਮਰਥਕਾਂ ਦੀ ਵੋਟ ਵੀ ਪਵਾਈ ਸੀ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚੋਂ, ਫੇਰ ਹੀ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਸੀ। ਜੇ ਵੋਟਾਂ ਪਾਉਣ ਵਾਲੇ ਲੋਕ ਹੈ ਜੀ, ਉਹਨਾਂ ਨੂੰ ਆਪਾਂ ਕਹਿ ਦਾਂਗੇ ਕਿ ਮੁਸਲਮਾਨ ਨਹੀਂ ਜੀ। ਜੇ ਮੁਸਲਮਾਨ ਹੁੰਦੇ ਤਾਂ ਮੇਰਾ ਖਿਆਲ ਵੀ ਹੁਣ ਤੱਕ ਇਲਜ਼ਾਮ ਉਹਨਾਂ ਤੇ ਇਹ ਲੱਗ ਜਾਣਾ ਸੀ ਕਿ ਪਾਕਿਸਤਾਨ ਦੇ ਏਜੰਟ ਹੈ ਜੀ। ਅਜੇ ਤੱਕ ਤਾਂ ਉਹਨਾਂ ਦੇ ਇਕੱਲਾ ਖਾਲਿਸਤਾਨ ਹੀ ਲਾਇਆ ਹੋਇਆ ਨਾ, ਪਰ ਖਾਲਿਸਤਾਨ ਦੇ ਮੁੱਦੇ ਨੂੰ ਵੀ ਆਪਾਂ ਦੇਖੀਏ ਤਾਂ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਤੋਂ ਵੱਧ ਫੈਸਲੇ ਹੈ ਕਿ ਜੇ ਪੁਰਅਮਨ ਰਹਿ ਕੇ ਕੋਈ ਖਾਲਿਸਤਾਨ ਮੰਗਦਾ ਤਾਂ ਉਹ ਕੋਈ ਪਾਪ ਨਹੀਂ, ਉਹ ਕੋਈ ਅਪਰਾਧ ਨਹੀਂ, ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਹ ਕੋਈ ਗੈਰ ਕਾਨੂੰਨੀ ਚੀਜ਼ ਨਹੀਂ, ਉਹ ਹਿੰਸਾ ਤਾਂ ਨਹੀਂ ਕਰਦੇ। ਜੇ ਹਿੰਸਾ ਕੀਤੀ ਤੋਂ ਬਗੈਰ ਉਹ ਖਾਲਿਸਤਾਨ ਦੀ ਗੱਲ ਕਰਦੇ ਤਾਂ ਪਿਛਲੇ ਦਿਨਾਂ 'ਚ ਜਦੋਂ ਆਪਾਂ ਦੇਖਿਆ ਜੀ ਵੱਖ-ਵੱਖ ਥਾਵਾਂ ਦੇ ਉੱਤੇ ਮੁਜ਼ਾਹਰੇ ਹੁੰਦੇ ਸੀ, ਕਿਸਾਨਾਂ ਦੀ ਮੂਵਮੈਂਟ ਜਦੋਂ ਪੰਜਾਬ ਤੋਂ ਸ਼ੁਰੂ ਹੋਈ ਹੈ ਤੇ ਉਦੋਂ ਖਾਲਿਸਤਾਨ ਕਹਿਣ ਲੱਗੇ ਸੀ ਜੀ ਇਹ ਖਾਲਿਸਤਾਨੀ ਹੈ। ਆਮ ਤੌਰ ਤੇ ਰਾਜਸਥਾਨ ਤੇ ਹਰਿਆਣੇ ਦੇ ਲੋਕ ਆਪਾਂ ਵੀਡੀਓ ਦੇ ਵਿੱਚ ਇਹ ਕਹਿੰਦੇ ਸੁਣेंगे ਕਿ ਜੇ ਇਹੋ ਜਿਹੇ ਲੋਕ ਖਾਲਿਸਤਾਨੀ ਹੈ ਜੀ ਤਾਂ ਸਾਨੂੰ ਤਾਂ ਖਾਲਿਸਤਾਨ ਚਾਹੀਦਾ। ਇੱਕ ਸੱਜਣਾ ਹਰਿਆਣੇ ਦੇ ਜਿਨ੍ਹਾਂ ਨੂੰ ਜਾਟ ਅੰਦੋਲਨ ਦੇ ਵਿੱਚ ਫੜ ਕੇ ਜੇਲ੍ਹ 'ਚ ਬੰਦ ਕੀਤਾ ਸੀ ਜੀ, ਔਰ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਦਾੜੀ ਕੇਸ ਰੱਖ ਲਏ ਸੀ ਤੇ ਆਪਣੇ ਆਪ ਨੂੰ ਸਰਦਾਰ ਕਹਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸਿੱਖ ਧਰਮ ਅਡਾਪਟ ਕੀਤਾ ਹੋਇਆ, ਹਰਿਆਣੇ ਦੇ ਹੈ, ਮੇਰੇ ਨਾਂ ਸਲਿੱਪ ਹੋ ਗਿਆ ਉਹਨਾਂ ਦਾ ਦਿਮਾਗ ਦੇ ਵਿੱਚੋਂ ਕੀ ਹੈ। ਔਰ ਉਹਨਾਂ ਨੇ ਕਿਹਾ ਸੀਗਾ ਕਿ ਉਹ ਤੋਂ ਬਾਅਦ ਹੀ ਮੈਂ ਤਾਂ ਜੇਲ੍ਹ ਦੇ ਵਿੱਚ ਜਾ ਕੇ ਪੜ੍ਹਿਆ ਕਿ ਸਿੱਖ ਧਰਮ ਕਿੱਡਾ ਵਧੀਆ ਧਰਮ ਹੈ ਜੀ, ਮੈਂ ਸਰਦਾਰ ਕਨਵਰਟ ਹੋ ਗਿਆ। ਬੰਦਾ ਬੋਲਦਾ ਹਿੰਦੀ ਹੈ, ਆਪਣੇ ਜਿਹੜੇ ਸਰਦਾਰ ਜੋ ਹਜੂਰ ਸਾਹਿਬ ਬੈਠੇ ਸਾਰੇ ਹਿੰਦੀ ਬੋਲਦੇ, ਉਹ ਬੋਲਦਾ ਹਿੰਦੀ ਹੈ। ਔਰ ਸ਼ੰਭੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਦੇ ਉੱਤੇ ਆ ਕੇ ਬੰਦਾ ਬੋਲਦਾ ਵੀ ਰਹੇ। ਉਹਨਾਂ ਇਹ ਜਿਹੜੇ ਇਸ ਕਿਸਮ ਦੇ ਲੋਕ ਹੈਗੇ ਆ, ਇਹਨਾਂ ਲੋਕਾਂ ਨੂੰ ਅਸੀਂ ਕਹਾਂਗੇ ਕਿ ਇਹਨਾਂ ਨੂੰ ਖਾਲਿਸਤਾਨੀ ਬਣਾ ਕੇ ਪੇਸ਼ ਕੀਤਾ ਗਿਆ ਸੀ ਜੀ। ਚਲੋ ਖਾਲਿਸਤਾਨੀ ਤਾਂ ਫੇਰ ਆ ਗਏ ਕਿ ਭਾਰਤ ਦੇ ਲੋਕ ਹੈ, ਭਾਰਤ ਦੇ ਵਿੱਚ ਖਾਲਿਸਤਾਨ ਮੰਗਦੇ ਆ, ਕੋਈ ਗੈਰ ਕਾਨੂੰਨੀ ਨਹੀਂ। ਤੇ ਜੇ ਇਹੀ ਕਿਤੇ ਹੋਰ ਕੁੜੀ ਇਹ ਕਿਤੇ ਮੁਸਲਮਾਨਾਂ ਦੀ ਹੁੰਦੀ ਤਾਂ ਹੁਣ ਹੋਰ ਦੀ ਕੁਝ ਬਣਾ ਦਿੰਦੇ ਸੀ ਹੁਣ ਤੱਕ ਤਾਂ। ਬਿਲਕੁਲ। ਤੇ ਕੰਪਨ ਵਿਚਾਰਾ ਬਾਹਰ ਆ ਗਿਆ, ਕਿੰਨੇ ਦਿਨਾਂ ਲਈ ਆਇਆ? ਕੱਪਨ ਸਦੀਕ ਜਿਹੜਾ ਹੈਗਾ ਇਹਨੂੰ 5 ਦਿਨਾਂ ਦੀ ਸੁਪਰੀਮ ਕੋਰਟ ਨੇ ਇੰਟਰਮ ਬੇਲ ਦਿੱਤੀ ਹੈ। ਅੱਛਾ ਜੀ। ਇੰਟਰਮ ਬੇਲ ਕਿਉਂ ਦਿੱਤੀ ਹੈ? ਕਿਉਂਕਿ ਉਹਦੀ ਮਾਂ ਸਖਤ ਬਿਮਾਰ ਹੈ। ਔਰ ਜਦੋਂ ਉਹਦੀ ਇੰਟਰਮ ਬੇਲ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਬਹਿਸ ਹੋ ਰਹੀ ਸੀ ਜੀ, ਉਹਦੇ ਵਕੀਲ ਕਪਿਲ ਸਿੱਬਲ ਨੇ ਇਹ ਗੱਲ ਦੱਸੀ ਹੈ ਸੁਪਰੀਮ ਕੋਰਟ ਨੂੰ ਕਿ ਡਾਕਟਰ ਦੀ ਰਾਏ ਮੁਤਾਬਕ ਜੀ ਇਹਦੀ ਮਾਂ ਜਿਹੜੀ ਹੈ 1 ਜਾਂ 2 ਦਿਨ ਤੋਂ ਵੱਧ ਜਿਉ ਨਹੀਂ ਸਕਦੀ। ਅੱਛਾ ਜੀ। ਉਹਦੀ ਮੌਤ ਮਤਲਬ ਜਿਹੜੀ ਹੈਗੀ ਉਹ ਆਖਰੀ ਸਾਹਾਂ ਤੇ ਹੈ। ਔਰ ਵੀਡੀਓ ਕਾਨਫਰੰਸ ਦੇ ਜ਼ਰੀਏ ਉਹਦੇ ਨਾਲ ਪੁੱਤ ਗੱਲ ਨਹੀਂ ਕਰ ਸਕਦਾ ਜੀ, ਪੁੱਤ ਉਹਦੀ ਖਬਰ ਨਹੀਂ ਲੈ ਸਕਦਾ। ਇਸ ਲਈ ਆਪਣੀ ਮਾਂ ਦੇ ਅਕਾਲ ਚਲਾਣੇ ਤੋਂ ਪਹਿਲਾਂ ਇਹਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਜਦੋਂ ਉਹਨੇ ਇਹ ਗੱਲ ਕਹੀ, ਤੁਸੀਂ ਦੇਖੋ ਕਿ ਕਿੱਡੀ ਮਤਲਬ ਜਿਹੜੀ ਹੈਗੀ ਹੈ ਗੈਰ ਮਨੁੱਖੀ ਪਹੁੰਚ ਹੈ ਸਾਡੀ ਸਰਕਾਰ ਦੀ। ਸਰਕਾਰੀ ਵਕੀਲ ਜਿਹਨੂੰ ਆਪਾਂ ਸੋਲਿਸਿਟਰ ਜਨਰਲ ਕਹਿੰਦੇ ਹੁੰਦੇ ਆ, ਤੁਸ਼ਾਰ ਮਹਿਤਾ ਸਾਹਿਬ, ਉਹ ਕਹਿੰਦੇ ਜੀ ਕਪਿਲ ਸਿੱਬਲ ਨੇ ਕਿਸੇ ਡਾਕਟਰ ਦਾ ਸਰਟੀਫਿਕੇਟ ਨਹੀਂ ਲਾਇਆ ਜੀ। ਫਿਰ ਉਹ ਕਹਿੰਦੇ ਜੀ ਇਹਦੀ ਵਾਈਫ ਜਿਹੜੀ ਹੈਗੀ ਹੈ ਕੇਰਲਾ ਦੇ ਵਿੱਚ ਬੈਠੀ ਕਮਾਈ ਕਰੀ ਜਾਂਦੀ ਹੈ। ਅੱਛਾ, ਦੱਸੋ। ਉਹ ਤਾਂ ਪੈਸੇ ਕਮਾ ਰਹੀ ਹੈ ਤੇ ਇਸ ਬੰਦੇ ਨੂੰ ਇੰਟਰਮ ਬੇਲ ਹੈ ਜਿਹੜੀ ਉਹ ਨਹੀਂ ਮਿਲਣੀ ਚਾਹੀਦੀ। ਚਲੋ ਮਾਨਯੋਗ ਸੁਪਰੀਮ ਕੋਰਟ ਨੇ ਇੰਟਰਮ ਬੇਲ ਤਾਂ ਦੇਤੀ ਜੀ। ਇੰਟਰਮ ਬੇਲ ਦੇ ਨਾਲ ਇੱਕ ਬੰਦਸ਼ ਲਾਤੀ ਵੀ ਤੂੰ ਬੰਨਿਆ ਹੋਇਆ ਕਿ ਤੂੰ ਕਿਸੇ ਵੀ ਮੀਡੀਆ ਵਾਲੇ ਨੂੰ ਗੱਲਬਾਤ ਨਹੀਂ ਕਰੇ, ਇੰਟਰਵਿਊ ਨਹੀਂ ਦੇਵੇਗਾ। ਵੱਧ ਤੋਂ ਵੱਧ ਤੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਤੇ ਡਾਕਟਰਾਂ ਨਾਲ ਹੀ ਗੱਲਬਾਤ ਕਰ ਸਕਦਾ, ਹੋਰ ਕਿਸੇ ਨੂੰ ਮਿਲੇਗਾ ਨਹੀਂ ਜੀ। ਇਹ ਹੁਕਮ ਦੇ ਦਿੱਤਾ ਕਿ ਕੇਰਲਾ ਤੱਕ ਉਹਨੂੰ ਯੂਪੀ ਦੀ ਪੁਲਿਸ ਲੈ ਕੇ ਜਾਊਗੀ। ਅੱਛਾ ਜੀ। ਤੇ ਜਦੋਂ ਕੇਰਲਾ 'ਚ ਪਹੁੰਚ ਗਿਆ ਤੇ ਫਿਰ ਕੇਰਲਾ ਦੀ ਪੁਲਿਸ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਰਹੂਗੀ। ਮਤਲਬ ਇਹਨੂੰ ਆਪਾਂ ਕਹਿ ਸਕਦੇ ਹਾਂ ਇੰਟਰਮ ਬੇਲ ਦੇਤੀ 5 ਦਿਨਾਂ ਲਈ। ਪਰ ਇਹ ਇੰਟਰਮ ਬੇਲ ਜਿਹੜੀ ਹੈਗੀ ਹੈ, ਇਹ ਇੰਟਰਮ ਬੇਲ ਉਹ ਹੈ ਜੀ ਜਿਹਨੂੰ ਆਪਾਂ ਇੱਕ ਕਹਿ ਸਕਦੇ ਹਾਂ ਕਿ ਅਮਲੀ ਤੌਰ ਦੇ ਉੱਤੇ ਇੱਕ ਕਸਟੋਡੀਅਲ ਬੇਲ ਵਾਲੀ ਗੱਲ ਹੈ ਜੀ। ਕਸਟੋਡੀਅਲ ਹਿਰਾਸਤ ਹੈ। ਇਹ ਕੁਝ ਜਿਹੜਾ ਹੈਗਾ ਇਹਦੇ ਨਾਲ ਕੀਤਾ ਹੈ। ਹੁਣ ਸਵਾਲ ਹੈ ਪੈਦਾ, ਕੱਪਨ ਸਦੀਕ ਦਾ ਕਸੂਰ ਕੀ ਹੈ? ਕੱਪਨ ਸਦੀਕ ਕੇਰਲਾ ਦਾ ਰਹਿਣ ਵਾਲਾ ਹੈ ਜੀ, ਜਰਨਲਿਸਟ ਹੈ, ਪੱਤਰਕਾਰ ਹੈ। ਕੇਰਲਾ ਦੀ ਜਿਹੜੀ ਪੱਤਰਕਾਰਾਂ ਦੀ ਜਥੇਬੰਦੀ ਹੈ ਉਹਦਾ ਉਹ ਸੈਕਟਰੀ ਹੈ। ਔਰ ਉਹਨੇ ਬੰਦੇ ਨੇ ਬੇਸ ਬਣਾਇਆ ਆਪਣਾ ਦਿੱਲੀ।
ਤੇ ਦਿੱਲੀ ਤੋਂ ਉਹ ਕਵਰੇਜ ਕਰਦਾ ਹੈ ਦੇਸ਼ ਦੇ ਵਿੱਚ ਕਿੱਥੇ ਕੀ ਕੁਛ ਹੁੰਦਾ ਹੈ ਜੀ ਜਦੋਂ ਹਾਥਰਸ ਦੇ ਵਿੱਚ ਇੱਕ ਦਲਿਤ ਕੁੜੀ ਦੇ ਨਾਲ ਜ਼ਿਆਦਤੀ ਹੁੰਦੀ ਹੈ, ਧੱਕਾ ਹੁੰਦਾ ਹੈ, ਜੀ ਉਹਨੂੰ ਰੇਪ ਕੀਤਾ ਜਾਂਦਾ ਹੈ, ਉਸ ਲੜਕੀ ਨੂੰ ਕੁੱਟਮਾਰ ਕੀਤੀ ਜਾਂਦੀ ਹੈ, ਦਰਿੰਦਗੀ ਕੀਤੀ ਜਾਂਦੀ ਹੈ, ਜੀ ਉਸ ਲੜਕੀ ਦੀ ਬਹੁਤ ਬੁਰੀ ਹਾਲਤ ਹੋ ਗਈ। ਔਰ ਬਾਅਦ ਚ ਹੁੰਦਾ ਕੀ ਹੈ, ਉਸ ਲੜਕੀ ਨੂੰ ਪਹਿਲਾਂ ਅਲੀਗੜ੍ਹ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਅਲੀਗੜ੍ਹ ਤੋਂ ਬਾਅਦ ਫਿਰ ਉਸ ਕੁੜੀ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਜਾਂਦਾ ਹੈ। ਕਈ ਦਿਨਾਂ ਦੀ ਜ਼ਿੰਦਗੀ ਮੌਤ ਦੀ ਲੜਾਈ ਤੋਂ ਬਾਅਦ ਆਖਰੋ ਦਮ ਤੋੜ ਦਿੰਦੀ ਹੈ। ਜੀ ਫਿਰ ਉਹਦੀ ਡੈੱਡ ਬਾਡੀ ਨੂੰ ਉੱਥੋਂ ਜਿਹੜਾ ਹੈਗਾ ਵੱਡੇ ਹਸਪਤਾਲ ਦੇ ਵਿੱਚੋਂ ਸ਼ਿਫਟ ਕੀਤਾ ਜਾਂਦਾ ਹੈ। ਜੀ ਉਹ ਆਪਣਾ ਮੁੰਡਾ ਜਿਹੜਾ ਰਾਵਨ ਹੈ, ਦਲਿਤ ਆਗੂ, ਜੀ ਜੀ ਸਹਾਰਨਪੁਰ ਵਾਲਾ, ਹਾਂ, ਉਹ ਉਸ ਲੜਕੀ ਨੂੰ ਜਾ ਕੇ ਜਦੋਂ ਉਹਦੀ ਪੈਰਵੀ ਵਾਸਤੇ ਜਾਂਦਾ ਹੈ ਤੇ ਉਹਨੂੰ ਲਾਂਭੇ ਕੀਤਾ ਜਾਂਦਾ ਹੈ, ਉਹਨੂੰ ਇੱਕ ਕਿਸਮ ਦੀ ਹਿਰਾਸਤ ਵਿੱਚ ਲਿਆ ਜਾਂਦਾ ਹੈ। ਡੈੱਡ ਬਾਡੀ ਪਿੰਡ ਪਹੁੰਚਦੀ ਹੈ। ਪਿੰਡ ਪਹੁੰਚ ਕੇ ਮਾਪਿਆਂ ਦੀ ਮਨਜ਼ੂਰੀ ਤੋਂ ਬਗੈਰ, ਮਾਪਿਆਂ ਦੇ ਰੋਣ ਕਰਲਾਉਣ ਦੇ ਬਾਵਜੂਦ ਕਿ ਨਹੀਂ ਇਸ ਕੁੜੀ ਦਾ ਅਸੀਂ ਦਿਨ ਚੜ੍ਹੇ ਸੰਸਕਾਰ ਕਰਾਂਗੇ, ਅਸੀਂ ਰਾਤ ਨੂੰ ਸੰਸਕਾਰ ਨਹੀਂ ਕਰਦਾ, ਪ੍ਰਸ਼ਾਸਨ ਆਪਣੇ ਪੱਧਰ ਦੇ ਉੱਤੇ ਸੰਸਕਾਰ ਕਰ ਦਿੰਦਾ ਹੈ। ਉੱਚ ਜਾਤੀ ਦੀ ਜਿਹੜੀ ਹੈਗੀ ਹੈ ਨਾਲ ਸੰਬੰਧਿਤ ਭਾਰਤੀ ਜਨਤਾ ਪਾਰਟੀ ਦਾ ਇੱਕ MLA ਉੱਥੇ ਸਭਾਵਾਂ ਕਰਦਾ ਹੈ, ਉਹ ਮੀਟਿੰਗਾਂ ਕਰਦਾ ਇਹਨਾਂ ਦੇ ਖਿਲਾਫ। ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਤੇ ਜ਼ਿਲ੍ਹੇ ਦਾ ਕਪਤਾਨ, ਪੁਲਿਸ ਕਪਤਾਨ ਹੈ ਜਿਹੜਾ, ਉਹ ਦੋਸ਼ੀਆਂ ਦੇ ਹੱਕ ਵਿੱਚ ਭੁਗਤਣ ਦੀ ਗੱਲ ਕਰਦੇ ਕਿ ਕੁੜੀ ਕਸੂਰਵਾਰ ਸੀ, ਕੁੜੀ ਦੀ ਮੁੰਡੇ ਨਾਲ ਕਿਸੇ ਨਾਲ ਦੋਸਤੀ ਸੀ ਤੇ ਰਾਤ ਨੂੰ ਕੁੜੀ ਦੇ ਭਰਾ ਨੇ ਕੁੱਟ ਕੇ ਉਹਨੂੰ ਕੁੜੀ ਨੂੰ ਮਾਰਤਾ, ਮਾਂ ਨੇ ਤੇ ਸਾਰਾ ਕੁਝ ਕਰਕੇ ਮਾਮਲਾ CBI ਕੋਲੇ ਜਾਂਦਾ ਹੈ। CBI ਨੇ ਬਾਅਦ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਤੇ ਉਸ ਚਾਰਜ ਸ਼ੀਟ ਦੇ ਵਿੱਚ ਕਹਿ ਦਿੱਤਾ ਕਿ ਜੋ ਕੁਝ ਉਸ ਕੁੜੀ ਨੇ ਅੰਤਮ ਬਿਆਨ ਦਿੱਤਾ ਸੀ ਪੁਲਿਸ ਦੇ ਕੋਲੇ ਕਿ ਉਹਦੇ ਨਾਲ ਰੇਪ ਹੋਇਆ, ਉਹਦੇ ਨਾਲ ਜ਼ਿਆਦਤੀ ਹੋਈ ਹੈ, ਧੱਕਾ ਹੋਇਆ, ਇਹ ਗੱਲ ਸਹੀ ਹੈ ਜੀ। ਜਦੋਂ CBI ਨੇ ਰਿਪੋਰਟ ਦੇ ਦਿੱਤੀ ਤੇ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਆ ਜਿਹੜਾ, ਜਿਹਨੂੰ ਅਸੀਂ DC ਕਹਿ ਦਿੰਦੇ, ਘੱਟੋ ਘੱਟ ਜਿਹੜੀ ਹੈਗੀ ਉਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਸੀ ਡਿਸਮਿਸਲ ਦੀ। ਜੀ ਜੀ ਉਹਦੇ ਖਿਲਾਫ ਜਿਹੜਾ ਹੈਗਾ ਕੇਸ ਵੀ ਰਜਿਸਟਰ ਹੋਣਾ ਚਾਹੀਦਾ ਸੀ SC ਐਕਟ ਦੇ ਤਹਿਤ ਜੀ। ਔਰ ਇਹ ਕੇਸ ਵੀ ਉਹਦੇ ਖਿਲਾਫ ਹੋਣਾ ਚਾਹੀਦਾ ਸੀ ਕਿ ਉਹਨੇ ਤਫਤੀਸ਼ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ, ਪਰ ਕੌਣਾ ਕਿ ਰਾਣੀ ਅੱਗਾ ਟੱਕ। ਕਾਰਨ ਇਹ ਹੈ ਕਿ ਰਾਜਪੂਤ ਲਾਬੀ ਜਿਹੜੀ ਹੈਗੀ ਯੂਪੀ ਦੇ ਵਿੱਚ ਬੜੀ ਜ਼ਬਰਦਸਤ ਹੈ। ਕੱਪਨ ਸਦੀਕ ਦਾ ਕਸੂਰ ਕੀ ਸੀ? ਕੱਪਨ ਸਦੀਕ ਇਹ ਸਾਰੀ ਜਿਹੜੀ ਹੈਗੀ ਘਟਨਾਕ੍ਰਮ ਨੂੰ ਕਵਰੇਜ ਕਰਨ ਵਾਸਤੇ ਕਿ ਦੱਖਣੀ ਭਾਰਤ ਦੇ ਲੋਕਾਂ ਨੂੰ ਵੀ ਪਤਾ ਲੱਗੇ ਕੀ ਹੁੰਦਾ, ਉਹ ਬੰਦਾ ਆਪਣੀ ਟੀਮ ਦੇ ਨਾਲ ਦਿੱਲੀੋਂ ਨਿਕਲਿਆ ਤੇ ਹਾਥਰਸ ਨੂੰ ਜਾ ਰਿਹਾ, ਮਥੁਰਾ ਦੇ ਕੋਲੇ ਉਸ ਨੂੰ ਰੋਕ ਲਿਆ ਜਾਂਦਾ ਹੈ। ਜਦੋਂ ਰੋਕੇ ਪਤਾ ਲੱਗਦਾ ਕਿ ਕੱਪਨ ਸਦੀਕ ਜਾਤ ਦਾ ਮੁਸਲਮਾਨ ਹੈ ਤੇ ਕੇਰਲਾ ਤੋਂ ਆਇਆ ਜੀ, ਤੇ ਉਹਦੇ ਤੇ UAPA ਲਾ ਕੇ ਉਸ ਬੰਦੇ ਨੂੰ ਅੰਦਰ ਸੁੱਟ ਦਿੱਤਾ ਹੈ। ਬਾਕੀ ਜਿਹੜੇ ਹੈਗੇ ਆ ਅਰਨਬ ਗੋਸਵਾਮੀ ਹੋਰਾਂ ਨੂੰ ਤਾਂ ਨਾਲ ਦੀ ਰਾਤ ਨੂੰ ਛੁੱਟੀ ਵਾਲੇ ਦਿਨ ਸੁਪਰੀਮ ਕੋਰਟ ਖੋਲ੍ਹ ਰਾਤ ਨੂੰ ਦੁਕਾਨਾਂ ਅਦਾਲਤਾਂ ਖੋਲ੍ਹਦੀਆਂ ਔਰ ਆਰਡਰ ਪਾਸ ਹੋ ਜਾਂਦਾ ਕਿ ਇਸ ਬੰਦੇ ਨੂੰ ਜਿਹੜੀ ਹੈਗੀ ਹੈ ਰਾਹਤ ਦਿੱਤੀ ਜਾਵੇ। ਲੇਕਿਨ ਕੱਪਨ ਸਦੀਕ ਕਿਉਂਕਿ ਘੱਟ ਗਿਣਤੀ ਭਾਈਚਾਰੇ ਦਾ ਬੰਦਾ ਤੇ ਇੱਕ ਦਲਿਤ ਕੁੜੀ ਦੀ ਜਿਹੜੀ ਹੈ ਦਾਸਤਾਂ, ਉਹਨੂੰ ਉਹਨੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਸੀ, ਉਹਨੂੰ ਅੰਦਰ ਸੁੱਟਤਾ। ਹੁਣ ਉਹਦੀ ਮਾਂ ਜਿਹੜੀ ਹੈ, ਉਹਦੀ ਮਾਂ ਬਿਮਾਰ ਹੈ, ਮਰਨ ਕਿਨਾਰੇ ਪਈ ਵੀ ਹੈ ਜੀ, ਤੇ ਉਸ ਵੇਲੇ ਫਿਰ ਉਹਦੇ ਤੇ ਜਿਹੜਾ ਹੈਗਾ ਇੰਟਰਮ ਬੇਲ ਤਾਂ ਭਾਵੇਂ ਦੇ ਦਿੱਤੀ, ਪ੍ਰਬੰਧਸ਼ਾਂ ਲਾ ਦਿੱਤੀਆਂ। ਇਹ ਹੈ ਜੀ ਭਾਰਤ ਦਾ ਕਾਨੂੰਨ। ਪਰ ਦੂਜੇ ਪਾਸੇ ਇੱਕ ਇਹ ਕਹਿੰਦੇ ਜੀ ਲੋਕਾਂ ਦੀ ਨਿੱਜਤਾ ਕਰਨਾ ਜਿਹੜਾ ਹੈਗਾ, ਰਾਖੀ ਕਰਨਾ ਕਹਿੰਦੇ ਸਾਡਾ ਫਰਜ਼ ਵੀ ਹੈ। ਇਹ ਕਿਹੜੀ ਨਿੱਜਤਾ ਹੈ, ਕਿਹਦੀ ਨਿੱਜਤਾ ਹੈ? ਇਹ ਕਿਹਾ ਕਦੋਂ ਹੈ? ਇਹ ਦੇਖੋ ਜੀ 2017 ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਇੱਕ ਬੰਦੇ ਨੇ। ਉਹ ਜਿਸ ਬੰਦੇ ਨੇ ਪਟੀਸ਼ਨ ਦਾਇਰ ਕੀਤੀ ਸੀ 2017 ਚ, ਉਹਨੇ ਇਹ ਗੱਲ ਕਹੀ ਸੀ ਕਿ ਯੂਰਪ ਦੇ ਵਿੱਚ ਜਿਹੜੀ ਲੋਕਾਂ ਦੀ ਨਿੱਜਤਾ ਦੇ ਲਈ ਜਿਹੜਾ WhatsApp ਹੈ ਜੀ, ਇਹਦੇ ਨਿਯਮ ਹੋਰ ਹੈ ਤੇ ਭਾਰਤ ਦੇ ਵਿੱਚ ਹੋਰ ਹੈ। ਯੂਰਪ ਦੇ ਵਿੱਚ ਨਿੱਜਤਾ ਨੂੰ ਪ੍ਰੋਟੈਕਟ ਕੀਤਾ ਜਾਂਦਾ ਤੇ ਭਾਰਤ ਦੇ ਵਿੱਚ ਨਿੱਜਤਾ ਨੂੰ ਪ੍ਰੋਟੈਕਟ ਨਹੀਂ ਕੀਤਾ ਜਾਂਦਾ ਜੀ। ਭਾਰਤ ਦੇ ਵਿੱਚ ਜੇ ਮੰਗਦੇ ਹੈ ਤਾਂ ਇਹ ਸਾਰੀ ਜਿਹੜੀ ਭਾਰਤ ਦੇ ਲੋਕਾਂ ਦੀ ਜਿਹੜੀ ਹੈਗੀ ਜਾਣਕਾਰੀ ਉਹ ਰਿਕਾਰਡ ਕਰਦੇ ਜੀ। ਜਿਹੜੀ ਆਪਾਂ ਗੱਲਬਾਤ WhatsApp ਦੀ ਕਰ ਰਹੇ ਨੇ, ਇਹ ਸਾਰੀ ਦੀ ਸਾਰੀ ਰਿਕਾਰਡ ਹੁਣ ਨਹੀਂ, ਪਹਿਲਾਂ ਤੋਂ ਹੁੰਦੀ ਹੈ। ਪਹਿਲਾਂ ਦਿੰਦੇ ਨਹੀਂ ਸੀ, ਹੁਣ ਜਦੋਂ ਸਰਕਾਰਾਂ ਮੰਗ ਲੈਂਦੀਆਂ ਤੇ ਉਹ ਦੇਣੀ ਪੈ ਜਾਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੁਹਾਡੀ ਜਿਹੜੀ ਫੇਸਬੁੱਕ ਨੇ ਆਪਣੇ ਜਿਹੜੇ ਹੈਗੇ ਆ ਡਾਟਾ ਲੀਕ ਕੀਤਾ ਸੀ। ਉਹ ਤਾਂ ਬਹੁਤ ਵਾਰੀ ਹੋਇਆ ਸੀ। ਤੇ ਜਿਹੜੀ ਅੰਖੀ ਸਿੰਘ ਉਹਨਾਂ ਦੀ ਦਿੱਲੀ ਦੇ ਵਿੱਚ ਰਿਪਰੈਜ਼ੈਂਟੇਟਿਵ ਸੀਗੀ, ਉਹਨੇ ਪਹਿਲਾਂ ਹੀ ਆਪਣੇ ਜਿਹੜੇ ਸਟਾਫ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਲੋਕ ਜਿਹੜੇ ਆ ਰਹੇ ਆ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਕਿਉਂਕਿ ਸਰਕਾਰ ਇਹਨਾਂ ਦੀ ਬਣਾਉਣੀ। ਉਸ ਪਾਸੇ ਫੇਸਬੁੱਕ ਤੇ ਮੇਰਾ ਖਿਆਲ ਹੈ WhatsApp ਚੀਜ਼ ਇੱਕੋ ਹੀ ਪਰਿਵਾਰ ਦੀ ਹੈ। ਹੁਣ ਜਦੋਂ ਸਾਰਾ ਕੁਝ ਉਹਨਾਂ ਨੇ ਮਤਲਬ 2017 ਦੀ ਪਟੀਸ਼ਨ ਪਾਈ ਸੀਗੀ ਕਿ ਭਾਰਤ ਦੇ ਲੋਕਾਂ ਦੇ ਵੀ ਦੀ ਨਿੱਜਤਾ ਜਿਵੇਂ ਯੂਰਪ ਦੇ ਲੋਕਾਂ ਦੀ, ਉਹਨਾਂ ਦਾ ਰੰਗ ਚਿੱਟਾ ਹੋ ਸਕਦਾ, ਸਾਡਾ ਰੰਗ ਕਾਲਾ ਹੋ ਸਕਦਾ, ਸਾਡਾ ਰੰਗ ਭੂਰਾ ਹੋ ਸਕਦਾ। ਇੱਥੇ ਰੰਗ ਭੇਦ ਦੇ ਮਾਮਲੇ ਤੇ ਜਿਹੜੀ ਹੈਗੀ ਵਿਤਕਰੇਬਾਜ਼ੀ ਨਹੀਂ ਹੋ ਸਕਦੀ। ਭਾਰਤ ਦੇ ਲੋਕਾਂ ਦੀ ਵੀ ਜਿਹੜੀ ਪ੍ਰਾਈਵੇਸੀ ਆ ਪ੍ਰੋਟੈਕਟ ਹੋਣੀ ਚਾਹੀਦੀ ਹੈ। 2017 ਦੀ ਇਹ ਪਟੀਸ਼ਨ ਉੱਥੇ ਪਈ ਹੈ। ਹੁਣ 21 ਚੱਲਦੀ ਹੈ, 4 ਸਾਲਾਂ ਦੇ ਵਿੱਚ ਸੁਪਰੀਮ ਕੋਰਟ ਕੁਛ ਕੀ ਨਹੀਂ। ਪਰ ਹੁਣ ਅਚਨਚੇਤ ਕੀ ਹੁੰਦਾ ਹੈ
ਕਿਸਾਨ ਅੰਦੋਲਨ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਵਾਲਿਆਂ ਨੇ ਆਪਣਾ ਇੱਕ ਡਿਜੀਟਲ ਪਲੇਟਫਾਰਮ ਤਿਆਰ ਕਰ ਲਿਆ, ਹਾਂ, ਉਹਦੇ ਵਿੱਚ ਉਹਨਾਂ ਨੇ ਸਭ ਕੁਝ ਕਰਤਾ ਤਾਂ 257 ਖਾਤੇ ਜਿਹੜੇ ਹੈ ਉਹਨਾਂ ਨੂੰ ਡਿਲੀਟ ਕੀਤਾ, ਡਿਲੀਟ ਨਹੀਂ, ਜਾਮ ਕਰ ਦਿੱਤਾ, ਬਲਾਕ ਕਰਨ ਵਾਸਤੇ ਹੁਕਮ ਦੇ ਦਿੱਤੇ ਭਾਰਤ ਸਰਕਾਰ ਨੇ WhatsApp ਵਾਲਿਆਂ ਨੂੰ ਕਿ ਤੁਸੀਂ ਕਰ ਦਿਓ। ਆਪਾਂ ਇੱਥੇ ਬੈਠ ਕੇ ਡਿਸਕਸ ਕਰ ਰਹੇ ਸੀ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਆ ਉਹਨਾਂ ਦੇ ਅਕਾਊਂਟ ਹੈ ਜਿਹੜੇ ਉਹ ਬਲੌਕ ਕਰ ਦਿੱਤੇ ਹੈ। ਲੇਕਿਨ ਜਦੋਂ ਸੋਸ਼ਲ ਮੀਡੀਆ ਤੇ ਹੋਰ ਪਲੇਟਫਾਰਮਸ ਤੇ ਰੌਲਾ ਪਿਆ ਤੇ ਬਾਅਦ ਦੇ ਵਿੱਚ ਕੁਝ ਘੰਟਿਆਂ ਬਾਅਦ ਉਹਨਾਂ ਨੂੰ ਖੋਲਤਾ ਸੀ। ਜੀ। ਫਿਰ ਅਗਲੀ ਗੱਲ ਇਹ ਆ ਗਈ ਸੀ ਕਿ 1178 ਅਕਾਊਂਟ ਹੋਰ ਬੰਦ ਕਰ ਦਿਓ। ਉਹਨਾਂ ਨੇ ਕਹਿ ਦਿੱਤਾ ਜੀ ਨਹੀਂ ਕਰਨੇ, ਅਸੀਂ ਨਹੀਂ ਕਰ ਸਕਦੇ, ਅਸੀਂ ਤੁਹਾਡੇ ਨਾਲ ਗੱਲ ਕਰ ਲੈਣੀ ਆ। ਸਾਡੇ ਜਿਹੜੇ ਹੈਗੇ ਰਵੀ ਸ਼ੰਕਰ ਪ੍ਰਸਾਦ ਜੀ ਕਾਨੂੰਨ ਮੰਤਰੀ ਵੀ ਹੈ ਜੀ ਔਰ IT ਡਿਪਾਰਟਮੈਂਟ ਵੀ ਉਹਨਾਂ ਦੇ ਕੋਲੇ ਹੈ, ਉਹਨਾਂ ਦੇ ਨਾਲ ਮੀਟਿੰਗ ਤੈਅ ਹੋ ਗਈ ਜੀ। ਲੇਕਿਨ ਰਵੀ ਸ਼ੰਕਰ ਪ੍ਰਸਾਦ ਹੋਰਾਂ ਨੇ ਕਹਿਤਾ ਕਿ ਮੈਂ ਮੀਟਿੰਗ ਨਹੀਂ ਕਰਨੀ। ਅਗਲੇ ਦਿਨ ਅਧਿਕਾਰੀਆਂ ਦੀ ਮੀਟਿੰਗ ਹੁੰਦੀ ਹੈ ਸਾਡੇ ਅਧਿਕਾਰੀਆਂ ਦੇ ਨਾਲ ਔਰ ਉੱਥੇ ਇੱਕ ਸਹਿਮਤੀ ਬਣ ਜਾਂਦੀ ਹੈ। ਫਿਰ ਕੀ ਹੁੰਦੀ ਹੈ ਜੀ, 95% ਜਿਹੜੇ ਖਾਤੇ ਬਲੌਕ ਕੀਤੇ, ਜਿਹੜੀ ਡਿਮਾਂਡ ਕੀਤੀ ਸੈਂਟਰ ਸਰਕਾਰ ਨੇ, ਉਹ ਕਹਿੰਦੇ ਜੀ ਅਸੀਂ ਬਲੌਕ ਕਰ ਦਿੰਦੇ। ਉਹ ਤੋਂ ਪਹਿਲਾਂ ਉਹਨਾਂ ਦੀ ਸਟੇਟਮੈਂਟ ਇਹ ਆ ਗਈ ਸੀ WhatsApp ਵਾਲਿਆਂ ਦੀ ਕਿ ਅਸੀਂ ਆਗੂਆਂ ਦੇ, ਜਿਹੜੇ ਹੈਗੇ ਆ ਪੱਤਰਕਾਰਾਂ ਦੇ, ਜਿਹੜੇ ਮੀਡੀਆ ਘਰਾਣੇ ਆ, ਉਹਨਾਂ ਦੇ ਬਲੌਕ ਨਹੀਂ ਕਰਾਂਗੇ। ਹੁਣ ਇਹ ਸਾਰਾ ਕੁਝ ਉਹ ਕਰਨ ਵਾਸਤੇ ਤਿਆਰ ਹੋ ਗਏ। ਲੇਕਿਨ ਜਦੋਂ ਭਾਰਤ ਸਰਕਾਰ ਨੇ ਕਹਿ ਦਿੱਤਾ ਕਿ WhatsApp ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ, ਪਟੀਸ਼ਨਰ ਨੇ ਜਿਹਨੇ 2017 ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਉਹਨੇ ਇੱਕ ਸਪਲੀਮੈਂਟਰੀ ਐਪਲੀਕੇਸ਼ਨ ਦਿੱਤੀ ਕਿ ਜਿਹੜਾ ਨਿੱਜਤਾ ਦਾ ਸਵਾਲ ਹੈ, ਹੁਣ ਤਾਂ ਸਰਕਾਰ ਵੀ ਕਹਿੰਦੀ ਹੈ ਕਿ ਨਿੱਜਤਾ ਨੂੰ ਪ੍ਰੋਟੈਕਟ ਕੀਤਾ ਜਾਵੇ, ਇਸ ਕਰਕੇ ਇਹਦੀ ਸੁਣਵਾਈ ਹੋਣੀ ਚਾਹੀਦੀ ਹੈ। ਤੇ ਮਾਨਯੋਗ ਸੁਪਰੀਮ ਕੋਰਟ ਨੇ ਨਾਲ ਦੀ ਨਾਲ ਕਹਿੰਦੇ ਲਿਆਓ ਜੀ। 2017 ਚ ਜਿਹੜੀ ਚੀਜ਼ ਨੂੰ ਸੁਣਵਾਈ ਨਹੀਂ ਸ਼ੁਰੂ ਹੋਈ ਸੀ, ਕੱਲ ਫਿਰ ਉੱਤੇ ਸੁਣਵਾਈ ਹੋਣੀ ਸ਼ੁਰੂ ਹੋ ਗਈ। ਸੁਪਰੀਮ ਕੋਰਟ ਕਹਿੰਦੀ ਕੀ ਹੈ, ਬੋਬਡੇ ਸਾਹਿਬ ਸੁਪਰੀਮ ਕੋਰਟ WhatsApp ਵਾਲਿਆਂ ਨੂੰ ਕਹਿੰਦੀ ਹੈ ਮੰਨਿਆ ਤੁਸੀਂ 3-4 ਹਜ਼ਾਰ ਖਰਬ ਦੇ ਮਾਲਕ ਹੋਵੋਗੇ। 3-4 ਹਜ਼ਾਰ ਖਰਬ ਦੇ, ਹਾਂ, ਮੇਰਾ ਖਿਆਲ ਵੀ ਆਪਾਂ ਤਾਂ ਗਿਣਤੀ ਦੇ ਸਿਫਰਾਂ ਨਹੀਂ ਆਉਂਦੀਆਂ, ਬੁੱਧੀਆਂ ਪਤਾ ਲੱਗ ਸਕਦੀਆਂ, ਹਾਂ। 3-4 ਹਜ਼ਾਰ ਖਰਬ ਦੇ ਤੁਸੀਂ ਮਾਲਕ ਹੋਵੋਗੇ, ਪਰ ਕਹਿੰਦੇ ਸਾਡਾ ਵੀ ਫਰਜ਼ ਬਣਦਾ ਹੈ, ਅੱਛਾ ਜੀ, ਅਸੀਂ ਆਪਣੇ ਨਾਗਰਿਕਾਂ ਦੀ ਪ੍ਰਾਈਵੇਸੀ, ਜਿਹੜੀ ਨਿੱਜਤ ਹੈ, ਉਹਦੀ ਅਸੀਂ ਰਾਖੀ ਕਰਨੀ ਆ। ਵਾਹ, ਕਿਆ ਕਮਾਲ ਆ ਮਾਨਯੋਗ ਸੁਪਰੀਮ ਕੋਰਟ ਦੇ ਕਿ 17 ਤੋਂ ਲੈ ਕੇ ਹੁਣ ਤੱਕ ਤਾਂ ਰਾਖੀ ਦੀ ਨਿਗਾਹ ਨਹੀਂ ਪਈ। ਹੁਣ ਜਦੋਂ ਕੇਂਦਰ ਸਰਕਾਰ ਨੇ ਚੂੜੀ ਕੱਸਣ ਵਾਲੀ ਗੱਲ ਕਹਿ ਦਿੱਤੀ ਕਿ ਸਾਡੀ ਗੱਲ ਨਹੀਂ ਸੁਣਦੇ ਇਹ, ਤੇ ਹੁਣ ਉਹ ਨਿੱਜਤਾ ਵਾਲੀ ਗੱਲ ਵੀ ਆ ਗਈ। ਖੈਰ ਫਿਰ ਵੀ ਅਸੀਂ ਕਹਾਂਗੇ ਖੁਸ਼ ਆਮਦੀਦ ਜੀ, ਵੀ ਨਿੱਜਤਾ ਦੀ ਰਾਖੀ ਤਾਂ ਆ ਗਈ ਨਾ, ਵੀ ਸਾਡੇ ਵੀ ਕੋਈ ਨਿੱਜਤਾ ਹੈਗੀ ਹੈ। ਉਹ ਨਿੱਜਤਾ ਦੀ ਰਾਖੀ ਕਰਨ ਵਾਸਤੇ ਸੁਪਰੀਮ ਕੋਰਟ ਮੈਦਾਨ 'ਚ ਜੀ। ਸੋ ਧੰਨਵਾਦ ਜੀ ਢਿੱਲੋਂ ਸਾਹਿਬ, ਤੁਹਾਡਾ ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।